क्लीन चिट मान साहब ने एज CM या होम मिनिस्टर या एज गवर्नमेंट ने किहनूं दित्ती है जी? इन्वेस्टिगेशन का मैटर है। इन्वेस्टिगेशन 100% फ्री एंड फेयर इन्वेस्टिगेशन है जिहड़ी वो होगी और उहदे च जिहड़ा भी कोई दोषी पाया जाऊगा, चाहे 1% का, चाहे 100% का, चाहे कोई वड्डा, चाहे कोई छोटा, उहनूं उहदे गुनाह के मुताबक सज़ा जिहड़ी देण दे लई भगवंत मान जी की सरकार वचनबद्ध है। ਜਿਹੜੀ ਕਾਂਗਰਸ ਪਾਰਟੀ ਖਾਸ ਕਰਕੇ ਕਹਿ ਰਹੇ ਨੇ ਕਿ ਇਹਦੇ ਸੈਂਟਰ ਚਲਾ ਰਿਹਾ ਜੀ, ਇਹਦੇ ਅਰਵਿੰਦ ਕੇਜਰੀਵਾਲ ਸਾਹਿਬ ਚਲਾ ਰਹੇ, ਇਹ ਤੇ ਰਾਘਵ ਚੱਡਾ ਜੀ ਚਲਾ ਰਹੇ ਨੇ। ਹੁਣ ਤੱਕ ਪੰਜਾਬ 70 ਸਾਲਾਂ ਦਾ ਉਹਨਾਂ ਨੇ ਆਪ ਹੀ ਚਲਾਇਆ ਨਾ, ਅਕਾਲੀਆਂ ਨੇ ਤੇ ਕਾਂਗਰਸੀਆਂ ਨੇ, ਤੇ ਕਿੰਨੇ ਕੁ ਝੰਡੇ ਬੁਲੰਦ ਕਰਤੇ ਜੀ ਪੰਜਾਬ ਦੇ। ਬੇੜਾ ਗਰਕ ਕਰਕੇ ਰੱਖਤਾ ਇਹਨਾਂ ਨੇ ਤੇ ਇਹਨਾਂ ਦੀਆਂ ਮਾੜੀਆਂ ਨੀਤਾਂ ਨੇ ਤੇ ਇਹਨਾਂ ਦੇ ਮਾੜੇ ਮਾਡਲ ਨੇ ਪੰਜਾਬ ਦਾ। ਉਹ ਸਟੇਟ ਜਿਹੜੀ ਹਰ ਪੱਖੋਂ ਸਰਮੌਰ ਹੁੰਦੀ ਸੀਗੀ, ਅੱਜ ਸਭ ਤੋਂ ਵੱਧ ਕਰਜ਼ਈ ਸਟੇਟ ਇਹਨਾਂ ਨੇ ਕਰਤੀ। ਸਭ ਤੋਂ ਵੱਧ ਨਸ਼ੇ ਦੀ ਕੰਜ਼ੰਪਸ਼ਨ ਕਰਨ ਵਾਲੀ ਸਟੇਟ ਇਹਨਾਂ ਨੇ ਕਰਤੀ। ਸਭ ਤੋਂ ਵੱਧ ਜਿਸ ਸਟੇਟ ਦੇ ਵਿੱਚੋਂ ਬੱਚੇ ਨੌਜਵਾਨ ਮੁੰਡੇ ਕੁੜੀਆਂ ਛੱਡ ਆਪਦੇ ਘਰਾਂ ਨੂੰ ਭੱਜਦੇ ਹੋਣ, ਉਹ ਪੰਜਾਬ ਇਹਨਾਂ ਨੇ ਬਣਾਤਾ। ਇਹਨਾਂ ਦਾ ਮਾਡਲ ਕਿਹੜਾ ਕਾਮਯਾਬ ਹੈ ਜੀ? ਬੇੜਾ ਗਰਕ ਇਹਨਾਂ ਨੇ ਕਰਕੇ ਰੱਖਦਾ ਪੰਜਾਬ ਦਾ। ਕੋਈ ਆਪਦੇ ਆਪ ਨੂੰ ਕਿਸਾਨੀ ਦਾ ਮਸੀਹਾ ਕਹਿੰਦਾ ਸੀਗਾ, ਕੋਈ ਆਪਦੇ ਆਪ ਨੂੰ ਨੌਜਵਾਨਾਂ ਦਾ ਮਸੀਹਾ ਕਹਿੰਦਾ ਸੀਗਾ, ਕੋਈ ਆਪਦੇ ਆਪ ਨੂੰ ਪਾਣੀਆਂ ਦਾ ਰਾਖਾ ਕਹਿੰਦਾ ਸੀਗਾ। ਬਚਾਇਆ ਕੀ ਗਿਆ ਜੀ ਇਹਨਾਂ ਤੋਂ? ਭਗਵੰਤ ਮਾਨ ਦੀ ਸਰਕਾਰ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਰਾਹੇ ਚੱਲ ਪਈ ਆ। ਮਸ਼ਹੂਰੀਆਂ ਦੀ ਸਰਕਾਰ ਹੈ, ਚਾਹੇ ਪ੍ਰਗਟ ਸਿੰਘ ਹੋਣ, ਚਾਹੇ ਸੁਖਪਾਲ ਸਿੰਘ ਖਹਿਰ ਹੋਣ, ਚਾਹੇ ਰਾਜਾ ਅਮਰਿੰਦਰ ਸਿੰਘ ਵੜਿੰਗ ਹੋਣ। ਇਹ ਪੰਜਾਬ ਦੇ ਮੀਡੀਆ ਨੂੰ ਛੱਡੋ ਤੇ ਉਹ ਤਾਮਿਲਨਾਡੂ, ਗੁਜਰਾਤ ਦੇ ਪਿੰਡ ਕਿਹੜੇ ਮੀਡੀਆ ਨੂੰ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਦੇ ਕੇ ਫੋਕੀ ਵਾਹ ਕਰ ਰਹੇ ਨੇ। ਤੇ ਮਸ਼ਹੂਰੀ ਤਾਂ ਕਰਨੀ ਬਣਦੀ ਹੈ। ਇਹਨਾਂ ਨੇ ਡੱਕਾ ਤੋੜਿਆ ਹੀ ਨਹੀਂ ਹੈਗਾ ਜਿਨ੍ਹਾਂ ਦੇ ਨਾਂ ਲਏ ਨੇ ਤੁਸੀਂ, ਤੇ ਮਸ਼ਹੂਰੀ ਵੀ ਕਾਹਦੀ ਕਰਨਗੇ? ਕਸੀ ਡਰਾਵਾ ਦਿੱਤਾ ਜੀ। ਜੇ ਪੰਗੇ ਲੈਣਗੇ ਬਿਨਾਂ ਗੱਲ ਤੋਂ ਬੈਠੇ ਬਿਠਾਏ, ਅਸੀਂ ਤਾਂ ਹੱਥ ਜੋੜ ਕੇ ਕਹਿੰਦੇ ਹਾਂ ਬੜੀ ਨਰਮਾਈ ਦੇ ਨਾਲ ਕਿ ਭਾਈ ਸਾਹਿਬ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ, ਸਾਨੂੰ ਆਪਦੀ ਸਮਝ, ਆਪਦੀ ਨੀਅਤ ਔਰ ਨੀਤੀ ਮੁਤਾਬਕ, ਸਾਫ਼ ਮਨਸ਼ਾ ਮੁਤਾਬਕ ਸਾਨੂੰ ਕੰਮ ਕਰ ਲੈਣ ਦਿਓ। ਅੱਜ ਤੋਂ 5 ਸਾਲ ਬਾਅਦ ਆਮ ਆਦਮੀ ਪਾਰਟੀ ਆਹੀ ਇੱਕ ਸਲੋਗਨ ਲੈ ਕੇ ਲੋਕਾਂ 'ਚ ਜਾਊਗੀ, ਜੇ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ, ਜੇ ਨਹੀਂ ਕੀਤੇ ਤਾਂ ਬੇਸ਼ੱਕ ਨਾ ਪਾਇਓ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਨਵੇਂ 5 ਮੰਤਰੀਆਂ ਨੂੰ ਸਹੁੰ ਚੁਕਾਈ ਸੀ, ਉਹਨਾਂ ਨੂੰ ਅੱਜ ਡਿਪਾਰਟਮੈਂਟ ਵੀ ਵੰਡ ਦਿੱਤੇ ਨੇ। ਇਸ ਸਮੇਂ ਸਾਡੇ ਇਹਨਾਂ ਨੇ ਪੰਜਾਬ ਦੇ ਲੋਕ ਸੰਪਰਕ ਅਤੇ ਅਰਬਨ ਹਾਊਸਿੰਗ ਡਿਵੈਲਪਮੈਂਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਅਮਨ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਮਿਹਰਬਾਨੀ ਜੀ, ਥੈਂਕ ਯੂ। ਤੁਹਾਡਾ ਵੀ, ਤੁਹਾਡੇ ਸਾਰੇ ਸਰੋਤਾਵਾਂ ਨੂੰ ਪ੍ਰਮਾਤਮਾ ਚੜ੍ਹਦੀਆਂ ਕਲਾਵਾਂ 'ਚ ਰੱਖਣ ਜੀ। ਸਰ, ਘਰ 'ਚ ਕਿੰਨੇ ਸਾਲ ਬਾਅਦ ਝੰਡੀ ਵਾਲੀ ਕਾਰ ਆਈ? ਦੇਖੋ ਜੀ, ਪ੍ਰਮਾਤਮਾ ਦੀ, ਬਾਬਾ ਨਾਨਕ ਜੀ ਦੀ ਮਿਹਰ ਹੈ, ਮੇਰੀ ਪਾਰਟੀ ਦੀ ਲੀਡਰ ਸਾਹਿਬ ਦੀ, ਅਰਵਿੰਦ ਕੇਜਰੀਵਾਲ ਜੀ ਦੀ, ਮਾਨ ਸਾਹਿਬ ਦੀ ਮਿਹਰ ਹੈ, ਔਰ ਮੇਰੇ ਹਲਕੇ ਦੇ ਲੋਕਾਂ ਦੀ ਮਿਹਰ ਹੈ ਕਿ ਅੱਜ ਡੈਡੀ ਦੇ ਜਾਣ ਤੋਂ 22 ਸਾਲ ਬਾਅਦ ਜਿਹੜੀ ਉਹ ਮਿਹਰ ਦੁਆਰਾ ਮੁੜ ਕੇ ਆਈ ਹੈ। ਔਰ ਪਰਸੋਂ 3 ਜੁਲਾਈ ਨੂੰ ਉਹਨਾਂ ਦੀ 22ਵੀਂ ਬਰਸੀ ਸੀਗੀ ਤੇ ਮੈਂ ਸਮਝਦਾ ਕਿ ਧੰਨਵਾਦ ਕਰਦਾ ਮੈਂ ਕੇਜਰੀਵਾਲ ਸਾਹਿਬ ਦਾ ਅਤੇ ਮਾਨ ਸਾਹਿਬ ਹੋਣਾ ਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ 22 ਸਾਲ ਬਾਅਦ ਐਡੀ ਵੱਡੀ ਸ਼ਰਧਾਂਜਲੀ ਆਪਦੇ ਪਿਤਾ ਨੂੰ ਦੇ ਸਕਾਂ। ਸੋ ਬਹੁਤ ਮੈਂ ਸਮਝਦਾ ਕਿ ਖੁਸ਼ੀ ਦਾ ਸਮਾਂ ਔਰ ਮਾਣ ਦਾ ਸਮਾਂ ਸਾਡੇ ਸਾਰਿਆਂ ਲਈ। ਸਰ, ਸੁਨਾਮ ਤੋਂ ਅਕਾਲੀ ਦਲ ਦੇ ਵੀ ਮਿਨਿਸਟਰ ਰਹੇ ਨੇ, ਕਾਂਗਰਸ ਰਹੇ, ਕਿੱਥੇ ਕੀ ਪਛੜਿਆ? ਕੋਈ ਐਡਾ ਹਿਸਟੋਰੀਕਲ ਸ਼ਹਿਰ ਆ ਔਰ ਸ਼ਹੀਦ ਊਧਮ ਸਿੰਘ ਦੇ ਨਾਲ ਧਰਤੀ ਨੂੰ ਸੰਬੰਧ ਰੱਖਦੇ ਨੇ, ਕਿੰਨੀ ਕੀ ਵਿਕਾਸ ਪੱਖੋਂ ਪਛੜਿਆ? ਤਾਂ ਹੁਣ ਕਿਉਂਕਿ ਪਿਛਲੀ ਵਾਰ ਓਪੋਜੀਸ਼ਨ 'ਚ ਪਾਰਟੀ 'ਚ, ਹੁਣ ਵਿਕਾਸ ਪੱਖੋਂ ਜਿਹੜੀਆਂ ਰੀਝਾਂ ਹੁੰਦੀਆਂ ਨੇ ਪੂਰੀਆਂ ਕਰੋਗੇ? ਨਹੀਂ, ਬਿਲਕੁਲ ਕਰਾਂਗੇ ਜੀ। ਅੱਜ ਵੀ ਡੈਡੀ ਦੇ ਜਾਣ ਤੋਂ 22 ਸਾਲ ਬਾਅਦ ਵੀ ਅੱਜ ਲੋਕ ਉਹਨਾਂ ਦੇ ਨਾਮ ਨੂੰ, ਉਹਨਾਂ ਦੇ ਕੰਮਾਂ ਕਰਕੇ ਮੈਨੂੰ ਪਿਆਰ ਸਤਿਕਾਰ ਜਿਹੜਾ ਦੇਈ ਜਾਂਦੇ। ਮੇਰੇ ਮੰਨਣਾ ਇਹ ਹੈ ਕਿ ਲੋਕ ਕਦੇ ਕੰਮਾਂ ਨੂੰ, ਚੰਗੇ ਕੰਮਾਂ ਨੂੰ ਨਹੀਂ ਭੁੱਲਦੇ ਹੈਗੇ, ਠੀਕ ਹੈ ਨਾ। ਇਹ ਤਾਂ ਜਦੋਂ ਲੀਡਰਸ ਹੀ ਬਣ ਕੇ ਕੁਛ ਨਾ ਕਰਨ ਲੋਕਾਂ ਦਾ, ਫੇਰ ਹੀ ਮਾਰ ਖਾਂਦੇ ਨੇ, ਨਹੀਂ ਅਦਰਵਾਈਜ਼ ਲੋਕ ਕਦੇ ਨਹੀਂ ਭੁੱਲਦੇ ਹੈਗੇ। ਜਿਹੜੀ ਤੁਸੀਂ ਗੱਲ ਕੀਤੀ ਵਿਕਾਸ ਦੀ, ਮੈਂ ਸਮਝਦਾ ਕਿ ਸਰਵਪੱਖੀ ਵਿਕਾਸ ਹੈ ਜਿਹੜਾ ਉਹ ਹੋਣਾ ਚਾਹੀਦਾ। ਔਰ ਵਿਕਾਸ ਤੁਸੀਂ ਜਿੱਦਾਂ ਜੀ ਇਹ ਨਹੀਂ ਆਪਾਂ ਮੰਨ ਕੇ ਚੱਲ ਸਕਦੇ ਕਿ ਹਾਂਜੀ ਗਲੀਆਂ ਨਾਲੀਆਂ 'ਤੇ ਇਕੱਲਾ ਪੈਸਾ ਲਾਤਾ ਅਤੇ ਅਸੀਂ ਵਿਕਾਸ ਕਰਤਾ। ਗਲੀਆਂ ਨਾਲੀਆਂ 70 ਸਾਲਾਂ ਦੇ ਵਿੱਚ ਉਹ ਜ਼ਰੂਰੀ ਹੈ, ਉਹ ਬੇਸਿਕ ਇਨਫਰਾਸਟਰਕਚਰ ਜ਼ਰੂਰੀ ਹੈ, ਪਰ ਦੈਟ ਡਜ਼ ਨਾਟ ਮੀਨ ਕਿ ਤੁਸੀਂ ਇਕੱਲਾ ਉਸੇ 'ਤੇ ਜ਼ੋਰ ਲਾਈ ਚੱਲੋ। ਜਦੋਂ ਤੱਕ ਵਿਕਾਸ ਹੈ ਜਿਹੜਾ, ਤੁਹਾਡੀ ਸੋਚ ਔਰ ਅਪਰੋਚ ਹੈ ਜਿਹੜੀ ਉਹ ਫਾਰਵਰਡ ਲੁਕਿੰਗ ਨਹੀਂ ਹੋਊਗੀ, ਅਗਾਂਹ ਵਧੂ ਨਹੀਂ ਹੋਊਗੀ। ਤੁਸੀਂ ਅੱਜ ਤੋਂ 10 ਸਾਲਾਂ ਨੂੰ, 20 ਸਾਲਾਂ ਨੂੰ, 30 ਸਾਲਾਂ ਨੂੰ ਕਿਸ ਚੀਜ਼ ਦੀ ਲੋੜ ਪੈਣੀ ਹੈ, ਅੱਜ ਉਹਦੀ ਪਲੈਨਿੰਗ ਕਰਕੇ ਤੁਸੀਂ ਸਰਕਾਰ ਆਪਦੀ ਪਲੈਨਿੰਗ ਨਹੀਂ ਕਰੂਗੀ। ਉਹਨੂੰ ਮੈਂ ਫਿਊਚਰਿਸਟਿਕ ਪਲੈਨਿੰਗ ਹੈ ਜਿਹੜੀ ਉਹਨੂੰ ਡਿਵੈਲਪਮੈਂਟ ਮੰਨਦਾ। ਸੋ ਇਸ ਕਰਕੇ ਉਸ ਸੰਬੰਧ ਦੇ ਵਿੱਚ ਇਨਫਰਾਸਟਰਕਚਰ ਦੇ ਵਿੱਚ
ਇਨਵੈਸਟ ਕਰਨਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਕਲੈਪਸ ਕਰ ਚੁੱਕਿਆ। ਪਿੰਡਾਂ ਦੇ ਵਿੱਚ ਬੇਸਿਕ ਐਮਿਨਿਟੀਜ਼ ਨੇ ਜਿਹੜੀਆਂ, ਜੇ ਆਪਾਂ ਗੱਲ ਕਰ ਲਈਏ ਵਾਟਰ ਸਪਲਾਈ ਔਰ ਸੀਵਰੇਜ ਦੀ, ਠੀਕ ਹੈ ਨਾ, ਉਹ ਪਿੰਡਾਂ ਦੇ ਵਿੱਚ ਬਦਹਾਲੀ ਹੋਈ ਪਈ ਹੈ। ਸੋ ਬਹੁਤ ਕੁਛ ਹੈ ਜਿਹੜਾ ਕਰਨ ਵਾਲਾ ਪਿਆ। ਫਿਰ ਆਪੋਜੀਸ਼ਨ ਅਮਨ ਅਰੋੜਾ ਨੂੰ ਬੜਾ ਟਾਰਗੇਟ ਰੱਖ ਕੇ ਚੱਲਦੀ ਸੀ ਵਿਧਾਨ ਸਭਾ ਦੇ ਵਿੱਚ, ਔਰ ਫਿਰ ਤੁਹਾਨੂੰ ਹਿੱਕ ਤੇ ਥਾਪੀ ਵੀ ਮਾਰ ਕੇ ਜਵਾਬ ਦੇਣਾ ਪਿਆ ਸੀ। ਸਪੀਕਰ ਸਾਹਿਬ ਨੂੰ ਵੀ ਤੁਸੀਂ ਹੋ ਗਿਆ ਕਿ ਜੇ ਮੈਨੂੰ ਨਹੀਂ ਬੋਲਣ ਦਾ ਮੌਕਾ ਦੇਣ ਮੈਂ ਬਾਹਰ ਚਲਾ ਜਾਂਦਾ ਹੈਗਾ। ਨਹੀਂ ਦੇਖੋ, ਇਸ ਤਰ੍ਹਾਂ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕਦੇ ਕਿਸੇ ਨੂੰ ਬੋਲਦੇ ਨੂੰ ਇੰਟਰਪਟ ਨਹੀਂ ਕਰਦਾ ਹੈਗਾ। ਔਰ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੂੰ ਬੋਲਣ ਦਾ ਹੱਕ ਹੈ ਜਿਹੜਾ ਉਹ ਬਰਾਬਰ ਦਾ ਹੁੰਦਾ ਹੈ। ਮੈਂ ਹਮੇਸ਼ਾ ਕਦੇ ਕੋਈ ਨਿੱਜੀ ਤੂੰ-ਤੜਾਂ ਦੇ ਵਿੱਚ ਨਹੀਂ ਪਿਆ ਹੈਗਾ, ਮੈਂ ਨਿੱਜੀ ਕੋਈ ਤਾਨੇ ਮਿਹਣਿਆਂ ਦੇ ਵਿੱਚ ਨਹੀਂ ਪਿਆ ਹੈਗਾ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀ ਕੁ ਗੱਲ ਕਰੀਏ ਉਨੀ ਫੈਕਟਸ ਐਂਡ ਫਿਗਰਸ ਦੇ, ਤੱਥਾਂ ਦੇ ਆਧਾਰ ਦੇ ਉੱਪਰ ਕਰੀਏ। ਹੁਣ ਜੇ ਉਹਦੇ ਵਿੱਚ ਵੀ ਕੋਈ ਬੰਦਾ ਤਕਲੀਫ ਮੰਨੂਗਾ ਜਾਂ ਇੰਟਰਪਟ ਕਰੂਗਾ ਜਾਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ, ਤੇ ਦਬਣ ਵਾਲਾ ਤਾਂ ਦੇਖੋ ਮੈਂ ਹਾਂ ਨਹੀਂ। ਮੈਨੂੰ ਗਲਤ ਪ੍ਰੂਵ ਕਰੋ, ਜੋ ਮੈਂ ਕਹਿ ਰਿਹਾ ਮੈਨੂੰ ਤੁਸੀਂ ਗਲਤ ਪ੍ਰੂਵ ਕਰੋ, ਮੈਨੂੰ ਕਰੈਕਟ ਕਰੋ, ਉਹ ਤਾਂ ਗੱਲ ਸਮਝ ਆਉਂਦੀ ਆ। ਪਰ ਜੇ ਉਹੀ ਕਹੇ ਵੀ ਚਾਰ ਬੰਦੇ ਖੜ ਕੇ ਵੀ ਰੌਲਾ ਪਾ ਲਾਂਗੇ ਅਸੀਂ ਤੇ ਅਮਨ ਨੂੰ ਦਬ ਲਾਂਗੇ, ਐਂ ਤਾਂ ਨਹੀਂ ਦੇਖੋ ਦਬਿਆ ਜਾਣਾ ਹੈਗਾ। ਫਿਰ ਉਸ ਤੋਂ ਮਗਰੋਂ ਜਦੋਂ ਗੱਲ ਕਹਿ ਦੇਈਦੀ ਹੈ, ਸਮਝਾ ਦੇਈਦੀ ਹੈ, ਠੀਕ ਹੈ ਨਾ, ਫਿਰ ਜਵਾਬ ਵੀ ਕੋਈ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਚਲੋ ਇਹ ਚੀਜ਼ਾਂ ਦੇਖੋ, ਆਪੋਜੀਸ਼ਨ ਨੇ ਆਪ ਦਾ ਕੰਮ ਕਰਨਾ ਹੁੰਦਾ ਹੈ। ਅਸੀਂ ਜਿਹੜੇ ਟ੍ਰੈਜਰੀ ਬੈਂਚਸ ਦੇ ਉੱਪਰ ਬੈਠੇ ਹਾਂ, ਅਸੀਂ ਆਪ ਦਾ ਕੰਮ ਕਰਨਾ ਹੁੰਦਾ ਹੈ। ਜਿਹੜਾ ਪਵਿੱਤਰ ਸਦਨ ਡੈਮੋਕ੍ਰੇਸੀ ਦਾ ਕਿਹਾ ਹੀ ਇਸੇ ਕਰਕੇ ਜਾਂਦਾ ਹੈ ਤਾਂ ਕਿ ਇੱਕ ਚੰਗੀ ਪੋਜ਼ਿਟਿਵ ਕੰਸਟਰਕਟਿਵ ਡਿਸਕਸ਼ਨ ਹੋਵੇ, ਡਿਬੇਟ ਹੋਵੇ, ਤਾਂ ਕਿ ਉੱਥੇ ਹੀ ਲੋਕਾਂ ਦੇ ਮਸਲੇ ਜਿੱਥੇ ਡਿਸਕਸ਼ਨ ਹੁੰਦੇ ਨੇ ਉੱਥੇ ਹੀ ਉਹਨਾਂ ਦਾ ਹੱਲ ਨਿਕਲੇ। ਪਰ ਕਈ ਵਾਰੀ ਮੈਂ ਦੇਖਿਆ ਕਿ ਡਿਸਕਸ਼ਨ ਦੀ ਬਜਾਏ ਹੋਰ ਹੀ ਪਾਸੇ ਕਈ ਸਾਥੀ ਲੈ ਜਾਂਦੇ ਹੁੰਦੇ ਨੇ, ਉਹ ਫਿਰ ਉਹ ਜਿਹਾ ਉਹਨਾਂ ਨੂੰ ਜਵਾਬ ਮਿਲ ਜਾਂਦਾ। ਤਾਂ ਲੱਗਦਾ ਕਿ ਵਿਰੋਧੀ ਧਿਰ ਨੇ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈਗੀ ਸੀ ਬਤੌਰ ਵਿਰੋਧੀ ਧਿਰ ਪਾਰਟੀ, ਉਹ ਨਹੀਂ ਨਿਭਾਈ ਜੇ? ਨਹੀਂ ਦੇਖੋ, ਕਈ ਚੀਜ਼ਾਂ ਨੇ, ਨੋ ਡਾਊਟ। ਮੈਂ ਸਾਰੇ ਵਿਰੋਧੀ ਧਿਰ ਵਾਲੇ ਪਾਸੇ ਬੜੇ ਸਿਆਣੇ ਸੁਲਝੇ ਸੀਨੀਅਰ ਔਰ ਸੀਜ਼ਨਡ ਲੀਡਰ ਨੇ, ਪਰ ਮੈਂ ਇਹ ਮੰਨ ਕੇ ਚੱਲਦਾ ਵੀ ਜਿੰਨਾ ਇੱਕ ਰਿਸਪੌਂਸਿਬਲ ਔਰ ਅਕਾਊਂਟੇਬਲ ਆਪੋਜੀਸ਼ਨ ਹੋਣੀ ਚਾਹੀਦੀ ਹੈ, ਉਹਦੇ 'ਚ ਥੋੜ੍ਹੀ ਜਿਹੀ ਕਮੀ ਹੈ ਜਿਹੜੀ ਉਹ ਰਹੀ ਹੈ ਉਹਨਾਂ ਤੋਂ। ਉਸੇ ਕਰਕੇ ਉਹਨਾਂ ਨੂੰ ਇਹੋ ਜਿਹੇ ਜਵਾਬ ਮਿਲਦੇ ਨੇ, ਫਿਰ ਉਹਨਾਂ ਜਵਾਬਾਂ ਦਾ ਉਹਨਾਂ ਦਾ ਕਾਊਂਟਰ ਵੀ ਕੁਛ ਨਹੀਂ ਕਰ ਪਾਉਂਦੇ ਹੈਗੇ। ਉਹ ਸਿਰਫ ਇਸੇ ਕਰਕੇ, ਜਦੋਂ ਤੁਸੀਂ ਦੇਖੋ ਤੱਥਾਂ ਤੋਂ ਪਰੇ ਗੱਲ ਕਰੋਗੇ, ਤੁਸੀਂ ਸਿਰਫ ਔਰ ਸਿਰਫ ਭੰਡਣ ਦੀ ਨੀਅਤ ਦੇ ਨਾਲ ਵੀ ਅਸੀਂ ਸਰਕਾਰ ਨੂੰ ਭੰਡਣਾ ਹੀ ਹੈ ਹਰੇਕ ਗੱਲ ਦੇ ਉੱਪਰ, ਜੇ ਉਹ ਕਰੋਗੇ ਤੇ ਉਹ ਤਾਂ ਨਾ ਅਸੀਂ ਉਹ ਗੱਲ ਸੁਣਾਂਗੇ ਨਜਾਇਜ਼ ਗੱਲ ਕੋਈ, ਨਾ ਲੋਕ ਲਾਈਵ ਚੱਲ ਰਿਹਾ ਹੈ ਸੈਸ਼ਨ ਤੇ ਨਾ ਲੋਕ ਐਕਸੈਪਟ ਕਰਨਗੇ। ਸੋ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਅਸੀਂ ਵਿਰੋਧੀ ਧਿਰ ਦੇ ਵਿੱਚ ਵੀ ਕਾਂਗਰਸ ਦੇ ਸਾਥੀਆਂ ਨੂੰ ਬਹੁਤ ਸਮਝਾਉਂਦੇ ਰਹੇ ਵੀ ਉਹ ਕੋਈ ਭਾਈ ਕੋਈ ਚੱਜ ਦੀ ਗੱਲ ਕਰ ਲਓ, ਕੋਈ ਕੰਮ ਦੀ ਗੱਲ ਕਰ ਲਓ, ਕੋਈ ਤੱਥਾਂ ਦੇ ਆਧਾਰ ਦੇ ਉੱਪਰ ਗੱਲ ਕਰ ਲਓ, ਲੋਕਾਂ ਦੀ ਪਲਸ ਕੀ ਕਹਿੰਦੀ ਹੈ, ਨਬਜ਼ ਕੀ ਕਹਿੰਦੀ ਹੈ, ਉਹਦੇ ਅਸੀਂ ਉਹ ਗੱਲ ਤੁਹਾਡੇ ਸਾਹਮਣੇ ਕਰ ਰਹੇ ਹਾਂ। ਉਹ ਤਾਂ ਸੁਣਦੇ ਨਹੀਂ ਸੀਗੇ, ਉਹਦੀ ਰੌਲਾ ਪਾ ਕੇ ਬਹਿ ਜਾਂਦੇ ਸੀਗੇ, ਤੇ ਅੱਜ ਲੋਕਾਂ ਨੇ ਕਿੱਥੇ ਦੀ ਕਿੱਥੇ ਪਹੁੰਚਾਤਾ। ਹੁਣ ਵੀ ਜੇ ਐਜ਼ ਆਪੋਜੀਸ਼ਨ ਵੀ ਅਸੀਂ ਕੰਮ ਦੀ ਗੱਲ ਕਰਦੇ ਸੀਗੇ, ਅਸੀਂ ਲੋਕਾਂ ਦੀ ਗੱਲ ਕਰਦੇ ਸੀਗੇ, ਅਸੀਂ ਫਾਲਤੂ ਤੂਤਲਾਂ ਦੇ ਵਿੱਚ ਕਦੇ ਪਏ ਨਹੀਂ ਹੈਗੇ, ਤੇ ਲੋਕਾਂ ਨੇ ਸਾਨੂੰ ਉੱਧਰੋਂ ਇੱਧਰ ਲਿਆਂਦਾ ਤੇ ਇਹਨਾਂ ਨੂੰ ਉੱਧਰ ਕਰਤਾ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਇਹ ਤਾਂ ਹੈ ਨਹੀਂ ਜੀ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਲੀਡਰ ਜਾਂ ਕੋਈ ਵੀ ਪਾਰਟੀ ਕੋਈ 99 ਸਾਲਾ ਪਟਾ ਲਿਖਾ ਲੈਂਦੀ ਹੈ। ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੀ ਨਬਜ਼ ਪਛਾਣਦੇ ਹੋਏ ਕੰਮ ਕਰੋ, ਇਮਾਨਦਾਰੀ ਦੇ ਨਾਲ ਕੰਮ ਕਰੋ, ਤੇ ਲੋਕ ਤੁਹਾਨੂੰ ਸਦਾ ਬਹਾਰੀ ਆਪਦੇ ਸਿਰ ਦਾ ਤਾਜ ਬਣਾਈ ਰੱਖਦੇ ਨੇ। ਜੇ ਨਹੀਂ ਕਰੋਗੇ ਤੇ ਫਿਰ ਕਦੋਂ ਅਰਸ਼ ਤੋਂ ਫਰਸ਼ 'ਤੇ ਮਾਰਦੇ ਨੇ। ਉਹ ਦੇਖ ਲਿਆ ਅਸੀਂ ਕਿੱਡੇ ਧੁਰੰਦਰ ਜਿਹੜੇ ਕਹਿੰਦੇ ਸੀਗੇ ਵੀ ਜਨਮ ਜਾਤ ਅਸੀਂ ਤਾਂ 99 ਸਾਲਾ ਪਟਾ ਲਿਖਾ ਕੇ ਆਏ ਵਿਧਾਨ ਸਭਾ ਦੇ ਸੈਕਟਰੀਏਟ ਦਾ, ਉਹ ਅੱਜ ਥਿਆਉਂਦੇ ਵੀ ਨਹੀਂ ਹੈਗੇ ਵਿਧਾਨ ਸਭਾ ਦੇ ਵਿੱਚ। ਪਰ ਕਾਂਗਰਸ ਪਾਰਟੀ ਇਹ ਕਹਿ ਰਹੀ ਹੈਗੀ ਕਿ ਤੁਹਾਡਾ ਤਾਂ 3 ਮਹੀਨਿਆਂ ਦੇ ਵਿੱਚ ਹੀ ਸੰਗਰੂਰ ਦੇ ਲੋਕਾਂ ਨੇ ਰਾਹ ਸਾਫ਼ ਕਰ ਦਿੱਤਾ ਹੈਗਾ, ਜਿਹੜੀਆਂ ਉਮੀਦਾਂ ਸੀ ਸਰਕਾਰ ਉਮੀਦਾਂ 'ਤੇ ਖਰੀ ਨਹੀਂ ਉਤਰੀ ਹੈਗੀ। ਜੇ ਇੱਕ ਇਲੈਕਸ਼ਨ ਨੂੰ ਕਾਂਗਰਸ ਪਾਰਟੀ ਦੇ ਮੇਰੇ ਸਤਿਕਾਰਯੋਗ ਸਾਥੀ ਪੱਕਾ ਤੇ ਸਦਾ ਦਾ ਮੈਂਡੇਟ ਮੰਨਦੇ ਨੇ ਲੋਕਾਂ ਦਾ, ਤੇ ਜੇ ਹੁਣ ਸੰਗਰੂਰ ਦੀ ਲੋਕ ਸਭਾ ਨੂੰ ਮੰਨਦੇ ਨੇ, ਤੇ ਫਿਰ 3 ਮਹੀਨੇ ਪਹਿਲਾਂ ਜਿਹੜੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ, ਫਿਰ ਉਹ ਵੀ ਮੰਨ ਲੈਣ। ਜੇ ਅਸੀਂ ਸੰਗਰੂਰ 'ਚੋਂ ਖਤਮ ਆ ਉਹਨਾਂ ਮੁਤਾਬਕ ਜੇ, ਤਾਂ ਫਿਰ ਇਹਦਾ ਮਤਲਬ ਉਹ ਪੰਜਾਬ 'ਚੋਂ ਖਤਮ ਨੇ। ਇਸ ਤਰ੍ਹਾਂ ਬਾਈ ਜੀ ਨਹੀਂ ਹੁੰਦਾ ਹੈਗਾ। ਹਰੇਕ ਇਲੈਕਸ਼ਨ ਦੀਆਂ ਕੰਡੀਸ਼ਨਾਂ, ਹਾਲਾਤ, ਸਰਕਮਸਟੈਂਸਿਸ ਡਿਫਰੈਂਟ ਹੁੰਦੇ ਨੇ। ਮੈਂ ਉਸ ਦਿਨ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀਗਾ ਕਿ ਅੱਜ ਤੋਂ 5 ਸਾਲ ਪਹਿਲਾਂ ਵੀ ਇਹੀ ਹੋਇਆ ਸੀਗਾ। ਯੂਪੀ ਦੇ ਵਨ ਆਫ ਦਾ ਸਟਰੋਂਗੈਸਟ ਚੀਫ ਮਿਨਿਸਟਰ ਜਿਹੜੇ ਹੈਗੇ ਅੱਜ ਬੀਜੇਪੀ ਦੇ, ਉਹ ਯੂਪੀ ਦੇ ਯੋਗੀ ਆਦਿੱਤਿਆਨਾਥ ਨੇ। ਜਦੋਂ ਉਹ CM ਬਣੇ 17 ਦੇ ਵਿੱਚ, ਉਹਨਾਂ ਨੇ ਆਪਦੀ ਐਜ਼ MP ਗੋਰਖਪੁਰ ਸੀਟ ਖਾਲੀ ਕੀਤੀ, ਤੇ ਸਰਕਾਰ ਬਣਨ ਦੇ 3 ਮਹੀਨੇ ਬਾਅਦ ਹੀ ਉਹ ਆਪਦੀ ਗੋਰਖਪੁਰ ਦੀ MP ਸੀਟ, ਜਿੱਥੋਂ ਆਈ ਥਿੰਕ 5 ਵਾਰੀ MP ਰਹਿ ਚੁੱਕੇ ਸੀਗੇ, ਉਹ ਹਾਰ ਗਏ।
ਤੇ ਇਹਦਾ ਮਤਲਬ ਇਹ ਹੋਇਆ ਕਿ ਯੂਪੀ ਦੇ ਵਿੱਚੋਂ ਯੋਗੀ ਆਦਿੱਤਿਆਨਾਥ ਜਾਂ ਬੀਜੇਪੀ ਖਤਮ ਹੋ ਗਈ? ਨਹੀਂ ਹੋਈ ਹੈਗੀ। ਇਹੀ ਕੰਮ ਪੰਜਾਬ ਦੇ ਵਿੱਚ ਹੋਇਆ ਜਦੋਂ ਤੁਸੀਂ ਸਾਰੀਆਂ ਪਾਰਟੀਆਂ, ਮੇਰੇ ਕੋਲ ਉਸ ਦਿਨ ਮੀਡੀਆ ਵਾਲੇ ਜਿਸ ਦਿਨ ਵੋਟਾਂ ਪੈ ਰਹੀਆਂ ਸੀਗੀਆਂ, ਖੇੜੀ ਪਿੰਡ ਪੈਂਦਾ ਮੇਰੇ ਹਲਕੇ ਦੇ ਵਿੱਚ, ਉੱਥੇ 2 ਬੂਥ ਲੱਗੇ, ਇੱਕ ਸਾਡਾ ਲੱਗਿਆ, ਦੂਜੇ ਪਾਸੇ ਸਿਮਰਨਜੀਤ ਮਾਨ ਦਾ ਤੇ ਬੀਜੇਪੀ ਦਾ, ਅਕਾਲੀ ਦਲ ਦਾ ਤੇ ਕਾਂਗਰਸ ਦਾ ਇੱਕ ਸਾਂਝਾ ਬੂਥ ਸੀਗਾ। ਜਦੋਂ ਸਾਰੇ ਇੱਕੋ ਹੀ ਗੱਲ ਨੂੰ ਪੈ ਜਾਣ ਵੀ ਜੀ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਲੱਤਾਂ ਨੂੰ ਚਿੰਬੜ ਜਾਓ ਤੇ ਇਹਨਾਂ ਨੂੰ ਡੇਗ ਲਓ, ਤੇ ਫਿਰ 5000 ਦੇ ਮਾਰਜਨ ਤੇ ਜੇ ਹਾਰ ਜੀਏ, ਤੇ ਕਾਂਗਰਸ ਵਾਲੇ 125 ਸਾਲ ਪੁਰਾਣੀ ਪਾਰਟੀ, ਮੈਂ ਉਸ ਦਿਨ ਵੀ ਕਿਹਾ ਸੀ ਵਿਧਾਨ ਸਭਾ 'ਚ ਵੀ ਜੇ ਭਾਈ ਤੁਸੀਂ ਇੰਨੀ ਗੱਲ ਦੇ ਨਾਲ ਹੀ ਖੁਸ਼ ਹੋ ਵੀ ਅਸੀਂ ਆਮ ਆਦਮੀ ਪਾਰਟੀ ਹਰਾਤੀ ਆਪਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਤੋਂ ਬਾਅਦ, ਤੇ ਧੰਨਵਾਦ ਭਾਈ ਤੁਹਾਨੂੰ ਪਰਮਾਤਮਾ ਇਸੇ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ ਕਾਂਗਰਸ ਵਾਲਿਆਂ ਨੂੰ। ਸੋ ਇਸ ਕਰਕੇ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਹੈਗੀ। ਲੱਗਦਾ ਜਿਹੜੀ ਕਮੀ ਰਹਿ ਗਈ ਹੈਗੀ 5000 ਮਾਰਜਨ ਛੋਟਾ ਹੈ ਪਰ ਹਾਰ ਹੀ ਹੁੰਦੀ ਹੈ ਨਾ, ਤਾਂ ਲੱਗਦਾ ਕਿੱਥੇ ਕਮੀ ਰਹਿ ਗਈ ਸਰਕਾਰ ਦੀ? ਦੇਖੋ 2-3 ਚੀਜ਼ਾਂ ਹੋਈਆਂ ਜੋ ਮੈਂ ਮੰਨ ਕੇ ਚੱਲਦਾ। ਇੱਕ ਤਾਂ ਪੋਲਿੰਗ ਪਰਸੈਂਟੇਜ ਬਹੁਤ ਘੱਟ ਹੋਈ ਜੀ, ਜਿਹਦੀ ਵਜ੍ਹਾ ਕਰਕੇ ਸਾਨੂੰ ਨੁਕਸਾਨ ਹੈ ਜਿਹੜਾ ਉਹ ਹੋਇਆ। ਜਿੰਨਾ ਸਾਇਲੈਂਟ ਵੋਟਰ ਸੀਗਾ, ਜਿਹੜਾ ਸਾਨੂੰ ਚੁੱਪ ਚਪੀਤੇ ਪੈਣਾ ਸੀਗਾ, ਉਹ ਗਰਮੀ ਕਰਕੇ ਲਾ ਲਓ ਜਾਂ ਝੋਨੇ ਦਾ ਸੀਜ਼ਨ ਸੀਗਾ ਉਹਦੇ ਕਰਕੇ ਵੋਟ ਪਾਉਣ ਨਹੀਂ ਨਿਕਲਿਆ ਹੈਗਾ, ਉਹਦੇ ਕਰਕੇ ਸਾਨੂੰ ਡਿਸਐਡਵਾਂਟੇਜ ਹੈ ਜਿਹੜਾ ਉਹ ਹੋਇਆ। ਦੂਸਰਾ ਜਿਹੜਾ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਕੀਤਾ। ਬਾਕੀ ਜਿਹੜਾ ਜਿਵੇਂ ਉਹਦੇ ਵਾਲਾ ਮੂਸੇ ਵਾਲਾ ਦਾ ਮਰਡਰ ਹੋਇਆ, ਉਹਦੇ ਕਰਕੇ ਵੀ ਇੱਕ ਨੈਰੇਟਿਵ ਵਿਰੋਧੀ ਪਾਰਟੀਆਂ ਬਣਾਉਣ ਦੇ ਵਿੱਚ ਕਾਮਯਾਬ ਕੁਛ ਹੱਦ ਤੱਕ ਹੋਈਆਂ, ਔਰ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਰਹੀਆਂ। ਹੁਣ ਇਹ ਜਿਹੜੇ ਜੋ ਕੁਛ ਹੋਇਆ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇਹ 3 ਮਹੀਨਿਆਂ 'ਚ ਭਗਵੰਤ ਮਾਨ ਜੀ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸਾਰਾ ਕੁਛ? ਇਹ ਗੈਂਗਸਟਰ, ਇਹ ਗੈਂਗ ਵਾਰਾਂ, ਇਹ ਗੈਂਗਸਟਰ ਕਲਚਰ ਹੈ ਜਿਹੜਾ ਇਹ ਪਿਛਲੀਆਂ ਸਰਕਾਰਾਂ ਦਾ ਪ੍ਰਮੋਟ ਤੇ ਪੈਟਰਨੇਜ ਕੀਤੀ ਹੋਈ ਹੈ, ਉਹਨਾਂ ਦਾ ਪਾਲਿਆ ਤੇ ਪੁਸ਼ਤ ਪਨਾਹੀ ਕੀਤੀ ਹੋਈ ਹੈ। ਅਸੀਂ ਤਾਂ ਉਹ ਕੰਡੇ ਚੁਗਣ ਲੱਗੇ ਹੋਏ ਹਾਂ। ਹੁਣ ਉਹ ਕੰਡੇ ਚੁਗਣ ਦੇ ਵਿੱਚ 15-20 ਸਾਲ ਦੇ ਕੰਡੇ ਇੱਕ ਦਿਨ 'ਚ ਤਾਂ ਜਗਤਾਰ ਜੀ ਚੁਗੇ ਨਹੀਂ ਜਾਣੇ ਹੈਗੇ, ਥੋੜ੍ਹਾ ਜਿਹਾ ਸਮਾਂ ਜ਼ਰੂਰ ਲੱਗੂ, ਪਰ 100% ਜਿਸ ਤਰੀਕੇ ਦੇ ਨਾਲ, ਜਿਸ ਕਮਿਟਮੈਂਟ ਦੇ ਨਾਲ ਭਗਵੰਤ ਮਾਨ ਜੀ ਤੇ ਉਹਨਾਂ ਦੀ ਪੂਰੀ ਸਰਕਾਰ ਕੰਮ ਕਰਨ ਲੱਗੀ ਹੋਈ ਹੈ, ਸਾਰੇ ਕੰਡੇ ਚੁਗ ਦਾਂਗੇ। ਪਰ ਕਹਿ ਰਹੇ ਕਿ ਸਰ ਅੱਜ ਵੀ ਓਪੋਜੀਸ਼ਨ ਪਾਰਟੀ ਕਰਕੇ ਸਿੱਧੂ ਮੂਸੇਵਾਲੇ ਮਰਡਰ ਕੇਸ 'ਚ ਜਿਹੜੇ ਸਰਕਾਰ ਜਿਹੜੀ ਕਾਰਵਾਈ ਉਹ ਕੋਈ ਸੈਟਿਸਫਾਈਡ ਨਹੀਂ ਹੈਗੀ। ਨਹੀਂ, ਉਹ ਕਿਵੇਂ ਕਹਿੰਦੇ ਨੇ ਜੀ, ਜਿਹੜੇ ਜਿੰਨੇ ਉਹਦੇ 'ਚ ਇਨਵੋਲਵਡ ਸੀਗੇ ਉਹ ਸਾਰੇ ਦੇ ਸਾਰੇ, ਆਲਮੋਸਟ ਸਾਰੇ, ਕੋਈ ਹੋਰ ਹੋਵੇ ਤਾਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਾਂ ਪੁਲਿਸ ਆਪਦਾ ਕੰਮ ਕਰ ਰਹੀ ਹੈ, ਉਹ ਸਾਰੇ ਦੇ ਸਾਰੇ ਅਕ੍ਰੋਸ ਆਲ ਸਟੇਟਸ ਉਹ ਫੜੇ ਗਏ ਨੇ। ਅਸੀਂ ਕਿਹੜਾ ਕੋਈ ਕਾਂਗਰਸੀਆਂ ਜਾਂ ਅਕਾਲੀਆਂ ਵਾਂਗੂ ਜਦੋਂ ਕ੍ਰਾਈਮ ਹੁੰਦਾ ਸੀਗਾ ਉਹ ਕੀ ਕਰਦੇ ਸੀਗੇ? ਇਹ ਤਾਂ ਜੀ ਫੋਰਨ ਨੈਸ਼ਨਲਸ ਦਾ ਹੱਥ ਹੈ ਜੀ, ਫੋਰਨ ਐਂਟੀ ਇੰਡੀਆ ਫੋਰਸਿਸ ਦਾ ਹੱਥ ਹੈ। ਇਹ ਕਹਿ ਕੇ ਪਿੱਠ ਦਿਖਾ ਕੇ ਭੱਜ ਜਾਂਦੇ ਸੀਗੇ। ਮਾਨ ਸਾਹਿਬ ਨੇ ਜਾਂ ਸਾਡੀ ਸਰਕਾਰ ਨੇ ਤਾਂ ਨਹੀਂ ਨਾ ਕੀਤਾ ਹੈਗਾ। ਉਹਨਾਂ ਨੇ ਉਸ ਇਸ਼ੂ ਦੀ ਗ੍ਰੈਵਿਟੀ ਨੂੰ ਸਮਝਿਆ ਤੇ ਉਸੇ ਦਿਨ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ, ਤੇ ਕੱਲਾ ਬੰਦਾ ਜਿਹੜਾ ਉਹ ਕਾਬੂ ਕੀਤਾ ਜਾ ਰਿਹਾ ਹੈ। ਸੋ ਇਸ ਕਰਕੇ ਇਹ ਉਹਨਾਂ ਦਾ ਕਹਿਣਾ ਬਿਲਕੁਲ ਬੇਤੁਕ ਹੈ ਜੀ। SIT ਦੇ ਮਸਲੇ, ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਸਲੇ ਵਿੱਚ ਅਕਾਲੀ ਦਲ ਕਹਿ ਰਹੇ ਸਾਨੂੰ ਕਲੀਨ ਚਿੱਟ ਮਿਲੀ ਹੈ, ਸਾਨੂੰ ਕਾਂਗਰਸ ਨੇ ਵੀ ਤੇ ਆਪ ਨੇ ਬਹੁਤ ਬਦਨਾਮ ਕੀਤਾ ਹੈਗਾ। ਨਹੀਂ, ਕਿਸ ਚੀਜ਼ ਨੂੰ ਕਲੀਨ ਚਿੱਟ ਮੰਨਦੇ ਨਹੀਂ? ਜੋ ਜਿਹੜੀ SPS ਪਰਮਾਰ ਦੀ ਜਿਹੜੀ ਰਿਪੋਰਟ ਸੌਂਪੀ ਹੈਗੀ ਭਗਵੰਤ ਮਾਨ ਸਾਹਿਬ ਨੇ, ਬਾਅਦ 'ਚ ਇੱਕ ਪੰਥਕ ਕਮੇਟੀ ਨੂੰ ਰਿਪੋਰਟ ਦਿੱਤੀ ਹੈਗੀ। ਨਹੀਂ, ਤੁਸੀਂ ਉਹ ਰਿਪੋਰਟ ਪੜ੍ਹੀ ਹੈ? ਨਹੀਂ, ਅਕਾਲੀ ਦਲ ਤੇ ਅੱਜ ਸਾਰੇ ਜਗ੍ਹਾ ਕਰ ਰਹੇ ਨੇ। ਅਕਾਲੀ ਦਲ ਨੂੰ ਛੱਡੋ, ਉਹਨਾਂ ਦਾ ਉਹ ਤਾਂ ਪਹਿਲੇ ਦਿਨ ਤੋਂ ਆਪਦੇ ਆਪ ਨੂੰ ਕਲੀਨ ਚਿੱਟਾਂ ਦੇਈ ਜਾਂਦੇ ਨੇ, ਉਹਨਾਂ ਨੂੰ ਛੱਡੋ। ਸਵਾਲ ਇਹ ਹੈ, ਦੇਖੋ ਮੈਂ ਨਹੀਂ ਕਹਿੰਦਾ ਵੀ ਜੇ ਤੁਸੀਂ ਨਹੀਂ ਪੜ੍ਹੀ ਤਾਂ ਕਿਉਂਕਿ ਪਰਸੋਂ ਰਿਲੀਜ਼ ਹੋਈ ਹੈ, ਠੀਕ ਹੈ ਨਾ, ਮੈਂ ਵੀ ਨਹੀਂ ਪੜ੍ਹ ਸਕਿਆ ਹੈਗਾ, ਠੀਕ ਹੈ ਨਾ, ਪਰ ਸਵਾਲ ਇਹ ਹੈ ਵੀ ਸੋ ਕਾਲਡ ਪੰਥਕ ਪਾਰਟੀ, ਪੰਥਕ ਕਦਰਾਂ ਕੀਮਤਾਂ ਹਾਂ ਦਾ ਨਾਅਰਾ ਮਾਰ ਕੇ ਪੰਥ ਦਾ ਰਾਜ ਭਾਗ ਕਰਨ ਵਾਲੀ ਸਰਕਾਰ ਦੀ ਨੱਕ ਦੇ ਹੇਠ ਜੇ ਗੁਰੂ ਸਾਹਿਬ ਦੀ ਬੇਅਦਬੀ ਹੋਊਗੀ ਤੇ ਪੀਸਫੁਲ ਪ੍ਰੋਟੈਸਟ ਕਰਨ ਵਾਲੇ 2 ਨੌਜਵਾਨ ਮੁੰਡਿਆਂ ਨੂੰ ਕਤਲ ਕਰ ਦਿੱਤਾ ਜਾਊਗਾ, ਤੇ ਇਸ ਚੀਜ਼ ਤੋਂ ਵੀ ਜੇ ਉਹ ਆਪਦਾ ਕਹਿੰਦੇ ਨੇ ਵੀ ਅਸੀਂ ਆਪਦਾ ਦਾਮਨ ਪਾਕ ਸਾਹਿਬ ਦੱਸਦੇ ਨੇ, ਠੀਕ ਹੈ ਨਾ, ਤੇ ਫਿਰ ਇਹ ਤਾਂ ਲੋਕ ਜੱਜ ਕਰ ਸਕਦੇ ਨੇ ਜਾਂ ਪ੍ਰਮਾਤਮਾ ਫੈਸਲਾ ਸੁਣਾਉਣਗੇ ਇਹਦਾ। ਮੈਂ STF ਦੀ ਰਿਪੋਰਟ ਹੈ ਜਿਹੜੀ ਤੁਸੀਂ ਕਹਿ ਰਹੇ ਹੋ SIT ਦੀ, ਉਹ ਮੈਂ ਹਜੇ ਪੜ੍ਹੀ ਨਹੀਂ ਹੈਗੀ, ਪੜ੍ਹ ਕੇ ਤੁਹਾਨੂੰ ਮੈਂ ਐਗਜ਼ੈਕਟਲੀ ਦੱਸ ਸਕੂੰਗਾ। ਪਰ ਇਹ ਕਹਿ ਕੇ ਬਚ ਨਿਕਲਣਾ ਕਿ ਜੀ ਸਾਡਾ ਇਸ 'ਚ ਕੋਈ ਕਸੂਰ ਨਹੀਂ ਸੀਗਾ, ਮੈਂ ਸਮਝਦਾ ਕਿ ਇਹ ਤਾਂ ਸਮਾਂ ਉਹ ਹੁਣ ਤੁਸੀਂ ਸਾਡੀ ਸਰਕਾਰ ਦੀ ਮਨਸ਼ਾ ਦੇਖੋ। ਐਡਾ ਵੱਡਾ ਕਾਂਡ ਹੋਇਆ, ਲੱਖਾਂ ਲੋਕਾਂ ਦੇ ਜਿਹੜੇ ਇਮੋਸ਼ਨ ਸੀ ਉਹ ਹਰਟ ਹੋਏ। ਅੱਜ ਤੱਕ ਕਿੰਨੀਆਂ ਰਿਪੋਰਟਾਂ ਬਣੀਆਂ, ਕਿੰਨੀਆਂ SITs ਬਣੀਆਂ, ਕਿੰਨੇ ਕਮਿਸ਼ਨ ਬਣੇ, ਸਾਰੇ ਦੇ ਸਾਰੇ ਸੀ ਜਿਹੜੇ ਲਿਫਾਫਾਬੰਦੀ ਪਏ ਸੀਗੇ,
ਇਹ ਭਗਵੰਤ ਮਾਨ ਜੀ ਦੀ ਪਹਿਲੀ ਦੀ ਸਰਕਾਰ ਹੈ ਜਿਹਨੇ ਜਦੋਂ ਆ ਕੇ ਕਿਸੇ ਨੇ ਮੰਗ ਕੀਤੀ ਤੇ ਉਹਨਾਂ ਨੇ ਰਿਪੋਰਟ ਨਾਲ ਦੀਆਂ ਜਨਤਕ ਕੀਤੀ। ਹੁਣ ਉਹ ਜਦੋਂ ਰਿਪੋਰਟ ਜਨਤਕ ਹੋਈ ਹੈ ਉਹਦੇ ਵਿੱਚ ਉਹ ਜਿਹੜੀ ਸਿੱਟ ਬਣੀ ਸੀਗੀ ਉਹ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਬਣੀ ਸੀਗੀ, ਉਹ ਤੋਂ ਪਹਿਲਾਂ ਹੀ ਉਹਨੇ ਆਪਦੀ ਰਿਪੋਰਟ ਦਿੱਤੀ। ਹੁਣ ਉਹਦੇ ਵਿੱਚ ਕੀ ਹੈ ਕੀ ਨਹੀਂ, ਜੇ ਕੋਈ ਸਾਡੀ ਜਾਂ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਮਾੜੀ ਮਨਸ਼ਾ ਹੁੰਦੀ ਤੇ ਸਾਨੂੰ ਉਹ ਪੋਲੀਟੀਕਲੀ ਨਾ ਸੂਟ ਕਰਦਾ ਹੁੰਦਾ ਤੇ ਸ਼ਾਇਦ ਉਹ ਅਸੀਂ ਵੀ ਲਿਫਾਫਾ ਬੰਦ ਕਰਕੇ ਰੱਖ ਦਿੰਦੇ, ਪਰ ਮਾਨ ਸਾਹਿਬ ਨੇ ਐ ਨਹੀਂ ਕੀਤਾ ਹੈਗਾ। ਉਹਨਾਂ ਨੇ ਉਹਨੂੰ ਜਨਤਕ ਕੀਤਾ ਕਿ ਇਹ ਜਨਤਕ ਕਰਨ ਦਾ ਨਾਲ ਫਾਇਦਾ ਇਹ ਹੋਇਆ ਵੀ ਉਹਦੇ ਉੱਪਰ ਡਿਸਕਸ਼ਨ ਹੈ ਜਿਹੜੀ ਉਹ ਚਾਲੂ ਹੋ ਗਈ। ਹੁਣ ਜੇ ਕੋਈ ਸੋਚੇ ਵੀ ਇਸ ਰਿਪੋਰਟ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਜੀ, ਇਸ ਤਰੀਕੇ ਐਂਗਲ ਛੋਣੋਂ ਰਹਿ ਗਿਆ, ਉਹ ਸਰਕਾਰ ਦੇ ਧਿਆਨ ਦੇ ਵਿੱਚ ਆਊਗਾ, ਸਰਕਾਰ ਉਹਦੇ ਅਕੋਰਡਿੰਗਲੀ ਫੈਸਲਾ ਲੈ ਲੂਗੀ। ਹੁਣ ਤੇ ਪੁਰਾਣੀਆਂ ਵੀਡੀਓ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੀ ਵੀਡੀਓ ਵੀ ਬਾਹਰ ਕੱਢ ਕੇ ਲੋਕਾਂ ਨੇ ਮੁੜ ਤੋਂ ਰਿਲੀਜ਼ ਕਰ ਦਿੱਤੀ ਹੈਗੀ ਹੈ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਹਵਾਲਾ ਦਿੱਤਾ ਕਿ ਜੋ ਗੁਰੂ ਸਾਹਿਬ ਦੇ ਕਸੂਰ ਅਸੀਂ ਫੜ ਕੇ ਅੰਦਰ ਦੇਵਾਂਗੇ, ਪਰ ਕਹਿੰਦੇ ਹੁਣ ਤੇ ਕਲੀਨ ਚਿੱਟਾਂ ਦੇਣੀਆਂ ਸ਼ੁਰੂ ਕਰਤੀਆਂ। ਕਿਵੇਂ ਦਿੱਤੀ ਜੀ? ਤੁਸੀਂ ਮੈਨੂੰ ਸਟੇਟਮੈਂਟ ਦਿਖਾਓ, ਮੈਨੂੰ ਸਟੇਟਮੈਂਟ। ਕਹਿੰਦੇ ਉਹਦੇ 'ਚ ਜ਼ਿਕਰ ਨਹੀਂ ਹੈਗਾ, ਕਹਿੰਦੇ ਉਹਦੇ 'ਚ ਜ਼ਿਕਰ ਨਹੀਂ ਆਏਗਾ ਜਿਹੜੀ। ਅੱਛਾ, ਫਿਰ ਜੇ ਜ਼ਿਕਰ ਨਹੀਂ ਹੈਗਾ ਫਿਰ ਜਿਹੜੀ ਉਹ ਰਿਪੋਰਟ ਜਿਹੜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ, ਹੁਣ ਮੈਂ ਤੁਹਾਡਾ ਪੁਆਇੰਟ ਨੂੰ ਵੱਡਾ ਕਰਦਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਰਿਪੋਰਟ ਦੇ ਵਿੱਚ ਉਹਨਾਂ ਦਾ ਸਾਡੇ ਸਿਆਸੀ ਵਿਰੋਧੀਆਂ ਦਾ ਜੇ ਜ਼ਿਕਰ ਨਹੀਂ ਹੈਗਾ ਤੇ ਅਸੀਂ ਉਹਨੂੰ ਡੰਪ ਕਰ ਦਈਏ, ਡਸਟਬਿਨ ਸਿੱਟ ਦਈਏ, ਇਹਦਾ ਮਤਲਬ ਤਾਂ ਅਸੀਂ ਬਾਇਸਡ ਚੱਲ ਰਹੇ ਹਾਂ। ਬਾਇਸ ਹੁਣ ਤੱਕ ਸਰਕਾਰਾਂ ਨੇ ਚੱਲ ਕੇ ਪੰਜਾਬ ਦਾ ਬਹੁਤ ਨੁਕਸਾਨ ਕਰ ਲਿਆ। ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਕਰਨਾ ਚਾਹੁੰਦੀ ਹੈ। ਜੇ ਕਿਸੇ ਹੋਰ ਸਾਥੀ ਕੋਲੇ ਕੋਈ ਉਸ ਤਰੀਕੇ ਦੇ ਫੈਕਟਸ ਹੈਗੇ, ਗੱਲਾਂ ਬਾਤਾਂ ਹੈਗੀਆਂ, ਮੈਨੂੰ ਨਹੀਂ ਪਤਾ ਹੈਗਾ, ਇਹ ਤੁਸੀਂ ਮੈਨੂੰ ਸਵਾਲ ਕਰ ਲਿਆ, ਵੈਸੇ ਇਹ ਮੇਰਾ ਜਵਾਬ ਦੇਣਾ ਬਣਦਾ ਵੀ ਨਹੀਂ ਹੈਗਾ ਕਿਉਂਕਿ ਇਹ ਚੀਜ਼ ਮਾਨ ਸਾਹਿਬ ਖੁਦ ਆਪ ਓਵਰਸੀ ਕਰ ਰਹੇ ਨੇ, ਉਹ ਦੇਖ ਰਹੇ ਨੇ, ਉਹਨਾਂ ਨੇ ਉਹਨੂੰ ਰਿਪੋਰਟ ਨੂੰ ਜਨਤਕ ਕੀਤਾ। ਮੇਰੇ ਖਿਆਲ ਦੇ ਵਿੱਚ ਮੇਰੀ ਆਪਣੀ ਸਮਝ ਕਹਿੰਦੀ ਕਿ ਇਹੀ ਸੋਚ ਕੇ ਕੀਤਾ ਹੋਊਗਾ ਕਿ ਜੇ ਇਹਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਦੇ ਕੁਝ ਸਾਥੀ ਉਸ ਦਿਨ ਲੈਣ ਆਏ ਸੀ ਉਹਨਾਂ ਕੋਲੋਂ ਰਿਪੋਰਟ ਵੀ ਉਹ ਪੜ੍ਹਨਗੇ, ਉਹ ਦੱਸਣਗੇ ਵੀ ਜੀ ਇਸ ਦੇ ਵਿੱਚ ਆਹ ਕਮੀ ਪੇਸ਼ੀ ਰਹਿ ਗਈ ਜਾਂ ਇਸ ਐਂਗਲ ਨੂੰ ਕਵਰ ਪੂਰਾ ਪ੍ਰੋਪਰਲੀ ਨਹੀਂ ਕੀਤਾ ਗਿਆ ਹੈਗਾ, ਉਹਦੇ ਉੱਪਰ ਵੀ ਸਰਕਾਰ ਵਿਚਾਰਾਂ ਕਰ ਲਊਗੀ। ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਅਸੀਂ ਬਾਇਸ ਨਹੀਂ ਚੱਲ ਰਹੇ ਹੈਗੇ। ਹੁਣ ਸੋਸ਼ਲ ਮੀਡੀਆ 'ਤੇ ਕੋਈ ਸਾਥੀ ਕੀ ਚਲਾਉਂਦਾ ਹੈ ਵੀ ਜੇ ਪਹਿਲਾਂ ਮਾਨ ਸਾਹਿਬ ਨੇ ਜਾਂ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਸੀਗਾ ਤੇ ਤੁਹਾਨੂੰ ਤੁਸੀਂ ਕਲੀਨ ਚਿੱਟ ਮਾਨ ਸਾਹਿਬ ਨੇ ਐਜ਼ CM ਜਾਂ ਹੋਮ ਮਿਨਿਸਟਰ ਜਾਂ ਐਜ਼ ਗਵਰਨਮੈਂਟ ਨੇ ਕਿਹਨੂੰ ਦਿੱਤੀ ਹੈ ਜੀ? ਇਨਵੈਸਟੀਗੇਸ਼ਨ ਦਾ ਮੈਟਰ ਹੈ। ਇਨਵੈਸਟੀਗੇਸ਼ਨ 100% ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਹੋਊਗੀ ਔਰ ਉਹਦੇ ਵਿੱਚ ਜਿਹੜਾ ਵੀ ਕੋਈ ਦੋਸ਼ੀ ਪਾਇਆ ਜਾਊਗਾ, ਚਾਹੇ 1% ਦਾ, ਚਾਹੇ 100% ਦਾ, ਚਾਹੇ ਕੋਈ ਵੱਡਾ, ਚਾਹੇ ਕੋਈ ਛੋਟਾ, ਉਹਨੂੰ ਉਹਦੇ ਗੁਨਾਹ ਦੇ ਮੁਤਾਬਕ ਸਜ਼ਾ ਜਿਹੜੀ ਦੇਣ ਦੇ ਲਈ ਭਗਵੰਤ ਮਾਨ ਜੀ ਦੀ ਸਰਕਾਰ ਵਚਨਬੱਧ ਹੈ। ਅੱਛਾ ਅਮਨ ਜੀ, ਜਦੋਂ ਵੀ ਤੁਹਾਡੀ ਸਰਕਾਰ ਕੁਝ ਇਸ਼ੂ ਕਰਦੀ ਹੈ ਤਾਂ ਵਾਰ-ਵਾਰ ਜਿਹੜੀ ਕਾਂਗਰਸ ਪਾਰਟੀ ਖਾਸ ਕਰਕੇ ਕਹਿ ਰਹੇ ਨੇ ਕਿ ਇਹਦੇ ਸੈਂਟਰ ਚਲਾ ਰਿਹਾ ਜੀ, ਇਹਦੇ ਅਰਵਿੰਦ ਕੇਜਰੀਵਾਲ ਸਾਹਿਬ ਚਲਾ ਰਹੇ ਨੇ, ਇਹਦੇ ਰਾਘਵ ਚੱਡਾ ਜੀ ਚਲਾ ਰਹੇ ਨੇ। ਇਹ ਬੇਤੁਕੀਆਂ ਗੱਲਾਂ ਨੇ ਜੀ, ਉਹਨਾਂ ਨੂੰ ਹੋਰ ਕੁਝ ਸੁਝਦਾ ਨਹੀਂ ਹੈਗਾ, ਉਹ ਇਹਨਾਂ ਗੱਲਾਂ 'ਤੇ ਉਤਰੇ ਆਉਂਦੇ ਨੇ। ਨਾਲ ਹੀ ਮੈਂ ਇਹ ਵੀ ਕਹਿਣਾ ਚਾਹੂੰਗਾ ਇੱਥੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਸਾਡੀ ਨੈਸ਼ਨਲ ਪਾਰਟੀ ਆ, ਨੈਸ਼ਨਲ ਪਾਰਟੀ ਦੇ ਜਿਹੜੇ ਲੀਡਰ ਸਾਡੇ ਅਰਵਿੰਦ ਕੇਜਰੀਵਾਲ ਜੀ ਹੈਗੇ, ਉਹ ਅੱਜ ਇਕੱਲੇ ਦਿੱਲੀ ਦੇ ਜਾਂ ਪੰਜਾਬ ਦੇ ਹੀਰੋ ਨਹੀਂ, ਉਹ ਪੂਰੇ ਮੁਲਕ ਦੇ ਹੀਰੋ ਨੇ ਜਿਹੜੇ ਉਹ ਬਣੇ ਹੋਏ ਨੇ। ਉਹਨਾਂ ਦੇ ਕੰਮਾਂ ਨੂੰ ਦੁਨੀਆ ਭਰ ਤੋਂ ਲੋਕ ਆ ਕੇ ਦੇਖ ਕੇ ਸਰਾਉਂਦੇ ਨੇ ਤੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਮੰਤਵ ਦੇ ਨਾਲ ਜੇ ਅਸੀਂ ਆਪਣੇ ਬੌਸ ਤੋਂ, ਆਪਦੇ ਲੀਡਰ ਤੋਂ, ਆਪਦੇ ਨੈਸ਼ਨਲ ਕਨਵੀਨਰ ਤੋਂ ਜੇ ਅਸੀਂ ਜਾ ਕੇ ਕੋਈ ਚਾਰ ਚੀਜ਼ਾਂ, ਵੈਸੇ ਤਾਂ ਸਿਆਣੇ ਕਹਿੰਦੇ ਨੇ ਵੀ ਜੇ ਕੋਈ ਚੀਜ਼ ਕਈ ਵਾਰੀ ਨਾ ਪਤਾ ਲੱਗੇ ਤਾਂ ਕੰਨ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਜੀ ਤੋਂ ਇਕੱਲੇ ਭਗਵੰਤ ਮਾਨ ਜੀ ਨੂੰ ਜਾਂ ਅਮਨ ਅਰੋੜਾ ਜੀ ਨੂੰ ਨਹੀਂ, ਆਮ ਆਦਮੀ ਪਾਰਟੀ ਨੂੰ, ਮੇਰੇ ਖਿਆਲ ਦੇ ਵਿੱਚ ਮੁਲਕ ਦੇ ਸਾਰੇ ਰਾਜਨੀਤਿਕ ਲੋਕਾਂ ਨੂੰ ਸੇਧ ਲੈਣ ਦੀ ਲੋੜ ਹੈਗੀ, ਨੰਬਰ 1। ਨੰਬਰ 2, ਜਿਹੜੇ ਇਹ ਗੱਲਾਂ ਕਰਦੇ ਨੇ ਕਿ ਜੀ ਅਰਵਿੰਦ ਕੇਜਰੀਵਾਲ ਚਲਾਉਂਦੇ ਨੇ ਜਾਂ ਰਾਘਵ ਚੱਡਾ ਜੀ ਚਲਾਉਂਦੇ ਨੇ ਜਾਂ ਦਿੱਲੀ ਤੋਂ ਚੱਲਦੀ ਹੈ ਜੀ, ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ, ਹੁਣ ਤੱਕ ਪੰਜਾਬ 70 ਸਾਲਾਂ ਦਾ ਉਹਨਾਂ ਨੇ ਆਪ ਹੀ ਚਲਾਇਆ ਨਾ, ਅਕਾਲੀਆਂ ਨੇ ਤੇ ਕਾਂਗਰਸੀਆਂ ਨੇ, ਤੇ ਕਿੰਨੇ ਕੁ ਝੰਡੇ ਬੁਲੰਦ ਕਰਤੇ ਜੀ ਪੰਜਾਬ ਦੇ, ਬੇੜਾ ਗਰਕ ਕਰਕੇ ਰੱਖਤਾ ਇਹਨਾਂ ਨੇ ਤੇ ਇਹਨਾਂ ਦੀਆਂ ਮਾੜੀਆਂ ਨੀਤਾਂ ਨੇ ਤੇ ਇਹਨਾਂ ਦੇ ਮਾੜੇ ਮਾਡਲ ਨੇ ਪੰਜਾਬ ਦਾ। ਉਹ ਸਟੇਟ ਜਿਹੜੀ ਹਰ ਪੱਖੋਂ ਸਰਮੌਰ ਹੁੰਦੀ ਸੀਗੀ, ਅੱਜ ਸਭ ਤੋਂ ਵੱਧ ਕਰਜ਼ਈ ਸਟੇਟ ਇਹਨਾਂ ਨੇ ਕਰਤੀ,
ਸਭ ਤੋਂ ਵੱਧ ਨਸ਼ੇ ਦੀ ਕੰਜ਼ੰਪਸ਼ਨ ਕਰਨ ਵਾਲੀ ਸਟੇਟ ਇਹਨਾਂ ਨੇ ਕਰਤੀ। ਸਭ ਤੋਂ ਵੱਧ ਜਿਸ ਸਟੇਟ ਦੇ ਵਿੱਚੋਂ ਬੱਚੇ ਨੌਜਵਾਨ ਮੁੰਡੇ ਕੁੜੀਆਂ ਛੱਡ ਆਪਦੇ ਘਰਾਂ ਨੂੰ ਭੱਜਦੇ ਹੋਣ, ਉਹ ਪੰਜਾਬ ਇਹਨਾਂ ਨੇ ਬਣਾਤਾ। ਇਹਨਾਂ ਦਾ ਮਾਡਲ ਕਿਹੜਾ ਕਾਮਯਾਬ ਹੈ ਜੀ? ਬੇੜਾ ਗਰਕ ਇਹਨਾਂ ਨੇ ਕਰਕੇ ਰੱਖਦਾ ਪੰਜਾਬ ਦਾ। ਤੇ ਇਹ ਸਾਡੇ ਗਵਰਨੈਂਸ ਮਾਡਲ ਨੂੰ ਕੁਐਸਚਨ ਕਰਦੇ ਨੇ। ਮੇਰੀ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਹੈ ਕਿ ਚੁੱਪ ਕਰਕੇ, ਲੋਕਾਂ ਨੇ ਤੁਹਾਨੂੰ ਚੁੱਪ ਕਰਾਤਾ 3 ਮਹੀਨੇ ਪਹਿਲਾਂ, ਹੁਣ ਚੁੱਪ ਕਰਕੇ ਮੂੰਹ ਤੇ ਉਂਗਲ ਰੱਖ ਕੇ ਕਿਰਪਾ ਕਰਕੇ ਸਾਨੂੰ 5 ਸਾਲ ਕੰਮ ਕਰਨ ਦਿਓ। ਨਹੀਂ ਜੇ ਪਿਛਲੀਆਂ ਗੱਲਾਂ ਛੇੜਨਗੇ ਤੇ ਇਹੋ ਜਿਹੇ ਜਵਾਬ ਮਿਲਣਗੇ ਇਹਨਾਂ ਨੂੰ, ਮੁੜ ਕੇ ਇਹਨਾਂ ਨੂੰ ਲੁਕਣ ਦੀ ਥਾਂ ਨਹੀਂ ਹੈਗੀ। ਸੋ ਇਸ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਲੋਕਾਂ ਨੇ ਸਾਨੂੰ ਵੱਡਾ ਮੈਂਡੇਟ ਦਿੱਤਾ 92 ਸੀਟਾਂ ਦੇ ਨਾਲ। ਅਸੀਂ ਆਪਦੀ ਸਮਝ ਮੁਤਾਬਕ, ਆਪਦੀ ਸਾਫ਼ ਨੀਅਤ ਔਰ ਨੀਤੀ ਦੇ ਨਾਲ ਅਸੀਂ ਕੰਮ ਕਰਾਂਗੇ। ਉਹ ਤੋਂ ਮਗਰੋਂ ਲੋਕਾਂ ਦੀ 5 ਸਾਲ ਬਾਅਦ ਕਚਹਿਰੀ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੂੰ ਜੋ ਫੈਸਲਾ ਮਨਜ਼ੂਰ ਹੋਊਗਾ, ਜੇ ਲੋਕਾਂ ਨੂੰ ਇਹ ਜਿਹੜੇ ਕੋਈ ਆਪਦੇ ਆਪ ਨੂੰ ਕਿਸਾਨੀ ਦਾ ਮਸੀਹਾ ਕਹਿੰਦਾ ਸੀਗਾ, ਕੋਈ ਆਪਦੇ ਆਪ ਨੂੰ ਨੌਜਵਾਨਾਂ ਦਾ ਮਸੀਹਾ ਕਹਿੰਦਾ ਸੀਗਾ, ਕੋਈ ਆਪਦੇ ਆਪ ਨੂੰ ਪਾਣੀਆਂ ਦਾ ਰਾਖਾ ਕਹਿੰਦਾ ਸੀਗਾ, ਬਚਾਇਆ ਕੀ ਗਿਆ ਜੀ ਇਹਨਾਂ ਤੋਂ? ਸੋ ਇਸ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਜਿਹੀਆਂ ਜਿਹੜੀਆਂ ਬੇਤੁਕੀਆਂ ਬਿਆਨਬਾਜ਼ੀਆਂ ਨੇ ਜਿਹੜੀਆਂ ਇਹਨਾਂ ਦੀਆਂ, ਇਹ ਚੱਲਣੀਆਂ ਨਹੀਂ ਹੈਗੀਆਂ। ਹੁਣ ਇਹ ਕਹਿ ਰਹੇ ਕਿ ਭਗਵੰਤ ਮਾਨ ਦੀ ਸਰਕਾਰ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਰਾਹੇ ਚੱਲ ਪਈ ਆ। ਮਸ਼ਹੂਰੀਆਂ ਦੀ ਸਰਕਾਰ ਹੈ, ਚਾਹੇ ਪ੍ਰਗਟ ਸਿੰਘ ਹੋਣ, ਚਾਹੇ ਸੁਖਪਾਲ ਸਿੰਘ ਖਹਿਰ ਹੋਣ, ਚਾਹੇ ਰਾਜਾ ਅਮਰਿੰਦਰ ਸਿੰਘ ਵੜਿੰਗ ਹੋਣ, ਕਿ ਪੰਜਾਬ ਦੇ ਮੀਡੀਆ ਨੂੰ ਛੱਡੋ ਤੇ ਉਹ ਤਾਮਿਲਨਾਡੂ, ਗੁਜਰਾਤ ਦੇ ਪਤਾ ਕਿਹੜੇ ਮੀਡੀਆ ਨੂੰ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਦੇ ਕੇ ਫੋਕੀ ਵਾਹ ਕਰ ਰਹੇ ਨੇ। ਦੇਖੋ ਇਸ ਤਰ੍ਹਾਂ ਹੈ ਕਿ ਜੇ ਕੁਝ ਚੰਗਾ ਕੰਮ ਕਰਾਂਗੇ ਤੇ ਮਸ਼ਹੂਰੀ ਤਾਂ ਕਰਨੀ ਬਣਦੀ ਹੈ। ਜਦੋਂ ਇਹਨਾਂ ਨੇ ਡੱਕਾ ਤੋੜਿਆ ਹੀ ਨਹੀਂ ਹੈਗਾ ਜਿਨ੍ਹਾਂ ਦੇ ਨਾਂ ਲਏ ਨੇ ਤੁਸੀਂ, ਤੇ ਮਸ਼ਹੂਰੀ ਵੀ ਕਾਹਦੀ ਕਰਨਗੇ? ਕੀ ਕਲੇਮ ਕਰਦੇ ਇਹ ਵੀ ਜੇ ਅਸੀਂ ਪੰਜਾਬ 'ਚ ਮਾਈਨਿੰਗ ਮਾਫੀਆ ਦੀ ਤੁੱਕੀ ਕੱਢ ਰੱਖੀ ਹੈ, ਸਿਰੇ ਲਾ ਰੱਖਿਆ? ਕੀ ਕਲੇਮ ਕਰਨਗੇ ਇਹ ਵੀ ਜੇ ਅਸੀਂ ਪੰਜਾਬ ਦੇ ਵਿੱਚ ਸਾਡੇ MLA, ਸਾਡੇ ਮੰਤਰੀ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਾਉਂਦੇ ਨੇ? ਕੀ ਕਲੇਮ ਕਰਨਗੇ ਇਹ ਵੀ ਅਸੀਂ ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਕਰਤਾ? ਇਹਨਾਂ ਨੇ ਡੱਕਾ ਤੋੜਿਆ ਨਹੀਂ ਹੈਗਾ, ਇਸ ਕਰਕੇ ਇਹਨਾਂ ਤੋਂ ਮਸ਼ਹੂਰੀ ਨਹੀਂ ਹੋਈ ਹੈਗੀ। ਅਸੀਂ ਪੰਜਾਬ ਦਾ ਕੱਲਾ ਮਸਲਾ ਹੱਲ ਕਰਾਂਗੇ ਤੇ ਉਹਦੀ ਮਸ਼ਹੂਰੀ ਵੀ ਕਰਾਂਗੇ, ਕਿਉਂਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਗਵਰਨੈਂਸ ਦਾ ਮਾਡਲ ਹੈ ਉਹ ਬਾਕੀ ਸਾਰੇ ਮੁਲਕ ਤੋਂ, ਪੰਜਾਬ ਔਰ ਦਿੱਲੀ ਨੂੰ ਤਾਂ ਉਹ ਮਿਲ ਗਿਆ ਪਰਮਾਤਮਾ ਤੇ ਲੋਕਾਂ ਦੀ ਕਿਰਪਾ ਦੇ ਨਾਲ। ਬਾਕੀ ਸਾਰੇ ਮੁਲਕ ਨੂੰ ਅਸੀਂ ਉਸ ਸ਼ਾਨਦਾਰ, ਬੇਮਿਸਾਲ, ਇਮਾਨਦਾਰ ਗਵਰਨੈਂਸ ਦੇ ਮਾਡਲ ਤੁਸੀਂ ਵਾਂਝਾ ਨਹੀਂ ਰੱਖ ਸਕਦੇ ਹੈਗੇ। ਸੋ ਉਹਨਾਂ ਨੂੰ ਸਪਸ਼ਟ ਜਾ ਕੇ ਕਿਹੋ ਕਿ ਜੀ ਚੰਗਾ ਕੰਮ ਕਰਾਂਗੇ ਤੇ ਉਹ ਲੋਕਾਂ ਨੂੰ ਦੱਸਾਂਗੇ, ਤਾਂ ਕਿ ਲੋਕ ਵੀ ਚੰਗੇ ਔਰ ਇਮਾਨਦਾਰ ਲੋਕਾਂ ਨੂੰ ਸਿਰ ਮੱਥੇ ਪ੍ਰਵਾਨ ਕਰਨ ਤੇ ਮਾੜੇ ਔਰ ਕਰਪਟ ਨੇ ਜਿਹੜੇ ਉਹਨਾਂ ਨੂੰ ਮੁਲਕ ਤੋਂ ਲਾਂਭੇ ਕਰਨ, ਤਾਂ ਹੀ ਮੁਲਕ ਦਾ ਭਲਾ ਹੋ ਸਕਦਾ ਹੈ। ਜੀ ਆਖਰੀ ਸਵਾਲ ਆ, ਕਾਂਗਰਸ ਕਹਿੰਦੇ ਕਿ ਆਮ ਆਦਮੀ ਪਾਰਟੀ ਲਈ ਵਾਰ-ਵਾਰ ਡਰਾਵਾ ਬੜਾ ਦਿੰਦੇ। ਅਸੀਂ ਕੀ ਡਰਾਵਾ ਦਿੱਤਾ ਜੀ? ਜੇ ਪੰਗੇ ਲੈਣਗੇ ਬਿਨਾਂ ਗੱਲ ਤੋਂ ਬੈਠੇ ਬਿਠਾਏ, ਅਸੀਂ ਤਾਂ ਹੱਥ ਜੋੜ ਕੇ ਕਹਿੰਦੇ ਬੜੀ ਨਰਮਾਈ ਦੇ ਨਾਲ ਕਿ ਭਾਈ ਸਾਹਿਬ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ, ਸਾਨੂੰ ਆਪਦੀ ਸਮਝ, ਆਪਦੀ ਨੀਅਤ ਔਰ ਨੀਤੀ ਮੁਤਾਬਕ, ਸਾਫ਼ ਮਨਸ਼ਾ ਮੁਤਾਬਕ ਸਾਨੂੰ ਕੰਮ ਕਰ ਲੈਣ ਦਿਓ। ਜੇ ਹੁਣ ਬਿਨਾਂ ਗੱਲ ਤੋਂ ਐਵੇਂ ਉਰੇ ਖੱਬੇ ਸੱਜੇ ਬੈਠੇ ਚੁੰਡੀਆਂ ਵੱਢੀ ਜਾਣਗੇ ਤੇ ਫਿਰ ਜਵਾਬ ਤਾਂ ਉਹਦਾ ਲੈਣਗੇ। ਮੇਰੀ ਹੱਥ ਬੰਨ੍ਹ ਕੇ ਬੇਨਤੀ, ਮੈਂ ਦੁਬਾਰਾ ਰਿਪੀਟ ਕਰਦਾ, ਕੋਈ ਹੰਕਾਰ ਨਹੀਂ, ਕੋਈ ਅਹਿਮ ਨਹੀਂ ਹੈਗਾ, ਕੋਈ ਇਹਦੇ 'ਚ ਡਰਾਵਾ ਨਹੀਂ ਹੈਗਾ। ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਹਾਡੇ ਮਾਡਲ ਨੇ ਜਿਹੜਾ ਇਹਨਾਂ ਦਾ ਸੋ ਕਾਲਡ, ਚਾਹੇ ਕਾਂਗਰਸ ਦਾ ਚਾਹੇ ਅਕਾਲੀ ਦਲ ਦਾ, ਸੋ ਕਾਲਡ ਗਵਰਨੈਂਸ ਦਾ ਮਾਡਲ ਸੀਗਾ, ਜਿਹਦੇ ਬੇਸਿਸ ਦੇ ਉੱਪਰ ਅਕਾਲੀ ਦਲ ਕਹਿੰਦੇ ਸੀ ਕਿ ਰਾਜ ਕਰਾਂਗੇ 25 ਸਾਲ, ਠੀਕ ਹੈ ਨਾ, ਤੇ ਪਿਛਲੇ 5 ਸਾਲ ਕਾਂਗਰਸ ਵਾਲੇ ਜਦੋਂ ਅਸੀਂ ਕੁਝ ਸਮਝਾਉਣ ਦੀ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਸੀਗੇ, ਉਹਦੀ ਚਾਰੇ ਪੈਰ ਚੱਕ ਕੇ ਸਾਨੂੰ ਪੈ ਜਾਂਦੇ ਸੀਗੇ। ਉਦੋਂ ਬਥੇਰਾ ਸਮਝਾਇਆ ਇਹਨਾਂ ਨੂੰ ਕਿ ਸਮਝ ਲਓ, ਨਹੀਂ ਸਮਝੇ ਹੈਗੇ, ਲੋਕਾਂ ਨੇ ਦਰਕਨਾਰ ਕਰਤਾ। ਹੁਣ ਕਿਰਪਾ ਕਰਕੇ ਸਾਨੂੰ ਸਾਡੀ ਸਮਝ ਮੁਤਾਬਕ ਕੰਮ ਕਰ ਲੈਣ ਦਿਓ। ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਇਹੋ ਜਿਹੇ ਕੰਮ ਕਰਤੇ ਜਿਹਦੀ ਲੋਕ 70 ਸਾਲਾਂ ਤੋਂ ਉਡੀਕ ਕਰ ਰਹੇ ਸੀਗੇ। ਦਿੱਲੀ ਮਾਡਲ ਚੱਲੂ ਕਿ ਪੰਜਾਬ ਮਾਡਲ 'ਚ? ਦਿੱਲੀ ਦਾ ਮਾਡਲ ਗਵਰਨੈਂਸ ਦਾ ਕੀ ਹੈ? ਸਭ ਤੋਂ ਵੱਡੀ ਸਟਰੈਂਥ, ਸਭ ਤੋਂ ਵੱਡੀ ਤਾਕਤ ਉਸ ਮਾਡਲ ਦੀ ਰੀੜ੍ਹ ਦੀ ਹੱਡੀ ਜਿਹੜੀ ਹੈਗੀ, ਉਹ ਸਾਫ਼ ਸੁਥਰਾ, ਇਮਾਨਦਾਰ ਸਰਕਾਰ ਅਤੇ ਪ੍ਰਸ਼ਾਸਨ ਦੇਣ ਦੀ ਹੈ। ਉਹ ਮਾਡਲ ਹੈ ਜਿਹੜਾ ਉਹ 100% ਇੱਥੇ ਰੈਪਲੀਕੇਟ ਹੋਊਗਾ। ਨੰਬਰ 1, ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ, ਉਹ ਕਿਸੇ ਵੀ ਚੰਗੇ ਡਿਵੈਲਪਡ ਮੁਲਕ ਦੇ ਵਿੱਚ ਉਹ ਸਰਕਾਰ ਦੀ ਦੇਣੀ ਜ਼ਿੰਮੇਵਾਰੀ ਹੁੰਦੀ ਹੈ। ਉੱਥੇ ਦੇਤਾ, ਇੱਥੇ ਵਾਲਿਆਂ ਨੇ ਹੈਲਥ ਔਰ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਤਾ। ਉਹ ਮਾਡਲ ਹੈ ਜਿਹੜਾ ਉਹ ਇੱਥੇ 100% ਰੈਪਲੀਕੇਟ ਹੋਊਗਾ।
ਪਰ ਹਰੇਕ ਸਟੇਟ ਦੀ ਤਾਂ ਛੱਡੋ, ਹਰੇਕ ਜ਼ਿਲ੍ਹੇ ਦੀਆਂ ਆਪਦੀਆਂ ਆਪੋ ਆਪਣੀਆਂ ਪ੍ਰਾਇੋਰਟੀਜ਼ ਹੁੰਦੀਆਂ ਨੇ। ਸਪੋਜ਼ ਸੰਗਰੂਰ ਜ਼ਿਲ੍ਹੇ ਦੀਆਂ ਜਾਂ ਮੋਹਾਲੀ ਜ਼ਿਲ੍ਹੇ ਦੀਆਂ ਜੋ ਪ੍ਰਾਇੋਰਟੀਜ਼ ਹੋਣਗੀਆਂ ਉਹ ਫਿਰੋਜ਼ਪੁਰ ਦੀਆਂ ਨਹੀਂ ਹੋ ਸਕਦੀਆਂ ਹੈਗੀਆਂ। ਜਦੋਂ ਹਰੇਕ ਜ਼ਿਲ੍ਹਾ ਫਰਕ ਹੈ ਤੇ ਦੋ ਸਟੇਟਾਂ ਇੱਕਦਮ ਇੱਕੋ ਜਿਹੀਆਂ ਕਿਵੇਂ ਹੋ ਸਕਦੀਆਂ ਨੇ? ਦਿੱਲੀ ਦੇ ਵਿੱਚ ਉਹ ਇੱਕ ਸਿਟੀ ਸਟੇਟ ਹੈ, ਉੱਥੋਂ ਦੇ ਇਸ਼ੂਜ਼ ਨੇ ਜਿਹੜੇ ਉਹ ਅਰਬਨ ਇਸ਼ੂਜ਼ ਨੇ। ਪੰਜਾਬ ਇੱਕ ਰੂਰਲ ਸਟੇਟ ਹੈ, ਫੁੱਲ ਫਲੈਜ ਸਟੇਟ ਹੈ। ਉੱਥੇ ਦਿੱਲੀ ਦੇ ਵਿੱਚ ਐਗਰੀਕਲਚਰ ਦਾ ਨਾਮੋ ਨਿਸ਼ਾਨ ਨਹੀਂ। ਪੰਜਾਬ ਦੇ ਵਿੱਚ ਸਾਡੀ ਪ੍ਰਾਇੋਰਟੀ ਹੈ ਜਿਹੜੀ ਐਗਰੀ ਬੇਸਡ ਸਟੇਟ ਹੈ, ਠੀਕ ਹੈ ਨਾ, ਪ੍ਰਾਇੋਰਟੀਜ਼ ਦੀ ਜਿਹੜੀ ਉਹ ਹੋਣੀ ਚਾਹੀਦੀਆਂ ਨੇ। ਇੱਥੇ ਇਹਨਾਂ ਨੇ ਦਿੱਲੀ ਦੇ ਵਿੱਚ ਮਾਈਨਿੰਗ ਹੈ ਨਹੀਂ ਗੀ, ਇੱਥੇ ਇਹਨਾਂ ਨੇ ਮਾਈਨਿੰਗ ਮਾਫੀਆ ਚਲਾ ਰੱਖਿਆ, ਉਹਨੂੰ ਖਤਮ ਕਰਨ ਦੀ ਪ੍ਰਾਇੋਰਟੀ ਹੋਊਗੀ। ਨਸ਼ੇ, ਪੰਜਾਬ ਕਿਸੇ ਟਾਈਮ ਦੇ ਵਿੱਚ ਟਰਾਂਜ਼ਿਟ ਸਟੇਟ ਹੋਇਆ ਕਰਦਾ ਸੀਗਾ, ਪੰਜਾਬ 'ਚ ਸਿਰਫ ਨਸ਼ਾ ਟਰੈਵਲ ਕਰਦਾ ਸੀਗਾ। ਹੁਣ ਸਭ ਤੋਂ ਵੱਧ ਕੰਜ਼ਿਊਮ ਕਰਨ ਵਾਲੀ ਸਟੇਟ ਹੈ ਜਿਹੜੀ ਕੰਜ਼ੰਪਸ਼ਨ ਕਰਨ ਵਾਲੀ, ਉਹ ਪੰਜਾਬ ਬਣਾਤੀ, ਉਹਨੂੰ ਖਤਮ ਕਰਨਾ ਹੋਊਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਦਿੱਲੀ ਵਰਸਸ ਪੰਜਾਬ ਮਾਡਲ, ਤੁਸੀਂ ਯੂ ਕੈਨ ਨਾਟ ਕੰਪੇਅਰ ਐਪਲ ਵਿਦ ਬਨਾਨਾ। ਇਹ ਕਰਦੇ ਕੀ ਨੇ ਕਿ ਊਂ ਹੀ ਡਫਲੀ ਪਿੱਟੀ ਜਾਂਦੇ ਨੇ, ਦਿੱਲੀ ਮਾਡਲ ਪੰਜਾਬ ਮਾਡਲ, ਦਿੱਲੀ ਮਾਡਲ ਪੰਜਾਬ ਮਾਡਲ। ਜਿਹੜਾ ਅਰਵਿੰਦ ਕੇਜਰੀਵਾਲ ਜੀ ਦਾ ਗਵਰਨੈਂਸ ਮਾਡਲ ਹੈ, ਇਮਾਨਦਾਰੀ ਵਾਲਾ, ਕਮਿਟਮੈਂਟ ਵਾਲਾ, ਸਾਫ ਸੁਥਰਾ ਪ੍ਰਸ਼ਾਸਨ ਦੇਣ ਵਾਲਾ, ਹੈਲਥ ਔਰ ਐਜੂਕੇਸ਼ਨ ਸਿਸਟਮ ਵਾਲਾ, ਉਹ ਸਾਰੇ ਦਾ ਸਾਰਾ ਮਾਡਲ ਹੈ ਜਿਹੜਾ, ਉਹ ਮੈਂ ਸਮਝਦਾ ਕਿ ਇਕੱਲੇ ਪੰਜਾਬ 'ਚ ਕਿਉਂ, ਉਹ ਸਾਰੇ ਮੁਲਕ ਦੇ ਵਿੱਚ ਲਾਗੂ ਹੋਣਾ ਚਾਹੀਦਾ। ਪਰ ਹਾਂ, ਹਰੇਕ ਸਟੇਟ ਦੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਉਹ ਡਿਫਰੈਂਟ ਹੁੰਦੀਆਂ ਨੇ। ਦਿੱਲੀ ਦੇ ਵਿੱਚ ਮੈਂ ਤੁਹਾਨੂੰ ਪੁੱਛਦਾ, ਤੁਸੀਂ ਪੰਜਾਬੀ ਹੋ, ਮੈਂ ਪੰਜਾਬੀ ਹਾਂ, ਤੁਹਾਡੇ ਜਿੰਨੇ ਸਰੋਤਾ ਸੁਣ ਰਹੇ ਨੇ ਉਹ ਸਾਰੇ ਪੰਜਾਬੀ ਨੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ 5 ਸਾਲਾਂ ਦੇ ਵਿੱਚ ਦਿੱਲੀ ਦਾ ਬਜਟ ਸਾਈਜ਼ ਹੈ ਜਿਹੜਾ ਉਹ 28,000 ਕਰੋੜ ਤੋਂ ਵਧਾ ਕੇ ਉਹ 70,000 ਕਰੋੜ ਕਰ ਦਿੱਤਾ। ਪੰਜਾਬ ਦੇ ਵਿੱਚ ਇਹਨਾਂ ਨੇ ਸੋ ਕਾਲਡ ਪੰਜਾਬ ਦੇ ਹਿਤੈਸ਼ੀਆਂ ਨੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ 52,000 ਕਰੋੜ ਤੋਂ ਵਧਾ ਕੇ 2,85,000 ਕਰੋੜ ਦਾ ਕਰਤਾ। ਤੁਹਾਨੂੰ ਕਿਹੜਾ ਮਾਡਲ ਚਾਹੀਦਾ ਜੀ? ਹੁਣ ਤੁਸੀਂ ਮੈਨੂੰ ਦੱਸੋ। ਮੈਨੂੰ ਤਾਂ ਇਹ ਹੈ ਕਿ ਪੰਜਾਬ ਦਾ ਆਪਣਾ ਮਾਡਲ ਹੋਣਾ ਚਾਹੀਦਾ। ਪੰਜਾਬ ਦਾ ਐਗਰੀਕਲਚਰ, ਹੈਲਥ ਔਰ ਐਜੂਕੇਸ਼ਨ ਇਹ ਸਰਕਾਰਾਂ ਦਾ ਮੁੱਢਲਾ ਫਰਜ਼ ਆ, ਉਹ ਪੂਰਾ ਹੋਣਾ ਚਾਹੀਦਾ। ਪਰ 45,000 ਕਰੋੜ ਤੇ 23,000 ਕਰੋੜ ਪੈਨਸ਼ਨ ਤੇ ਸੈਲਰੀ ਸਾਡਾ ਉਹ ਨਿਕਲ ਜਾਂਦਾ ਹੈਗਾ। ਸਾਡੇ ਕੋਲ 19,000 ਸਕੂਲ, ਉੱਥੇ 1,300 ਸਕੂਲ ਆ ਗਏ। 19,000 ਸਕੂਲ ਤੇ 13 ਜਾਂ 1900 2000 ਸਕੂਲ। ਹੁਣ ਅਗਲੇ ਪੁਆਇੰਟ 'ਤੇ ਆਓ। ਪੰਜਾਬ ਦਾ ਏਰੀਆ ਹੈਗਾ 51,000 ਸਕੁਆਇਰ ਕਿਲੋਮੀਟਰ, ਠੀਕ ਹੈ ਨਾ ਜੀ। ਦਿੱਲੀ ਦਾ ਏਰੀਆ ਹੈਗਾ 1483 ਸਕੁਆਇਰ ਕਿਲੋਮੀਟਰ, ਠੀਕ ਹੈ ਜੀ। ਹੁਣ ਜਦੋਂ ਪੰਜਾਬ ਦਾ ਏਰੀਆ ਹੀ ਉੱਥੇ ਨਾਲੋਂ ਸਮਝ ਲਓ ਤਕਰੀਬਨ 40 ਗੁਣੇ 45 ਗੁਣੇ ਵੱਧ ਹੈ ਅਤੇ ਸਕੂਲ ਇੱਥੇ ਵੱਧ ਹੋਣਗੇ। ਇਹਦਾ ਮਤਲਬ ਕੀ ਹੋਇਆ ਕਿ ਉੱਥੇ ਇੱਕ ਸਕੂਲ ਦੇ ਵਿੱਚ ਬੱਚਾ 2,000 ਜਾਂ 3,000 ਪੜ੍ਹਦਾ, ਇੱਥੇ ਹੋ ਸਕਦਾ ਇੱਕ 100 ਜਾਂ 50 ਬੱਚਿਆਂ ਵਾਲਾ ਸਕੂਲ ਵੀ ਹੋਵੇ। ਇਹਦਾ ਮਤਲਬ ਇਹ ਹੋਣਾ ਚਾਹੀਦਾ ਸੀਗਾ ਵੀ ਜੇ ਦਿੱਲੀ ਸਪੋਜ਼ 8% ਜਾਂ 10% ਖਰਚ ਕਰਦਾ ਆਪਦੇ ਬਜਟ ਦਾ ਸਕੂਲਾਂ ਦੇ ਉੱਪਰ, ਅਤੇ ਇੱਥੇ ਉਹ 25% ਹੋਣਾ ਚਾਹੀਦਾ ਸੀ। ਬਿਲਕੁਲ ਇਹੀ ਹੈ ਨਹੀਂ, ਅਤੇ ਇੱਥੇ 4% ਹੈ, ਉੱਥੇ 16% ਹੈ। ਮੇਰੇ ਸੇਮ ਗੋਜ਼ ਫॉर ਹੈਲਥ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਦਿੱਲੀ ਮਾਡਲ ਕਰਕੇ ਭੰਡੀ ਤਾਂ ਜਾਂਦੇ ਨੇ, ਪਰ ਆਪਦਾ ਮਾਡਲ ਤਾਂ ਦੱਸ ਦੇਣਾ ਵੀ ਇਹਨਾਂ ਨੂੰ ਪੰਜਾਬ ਨੂੰ ਕਿੱਥੇ ਲੈ ਗਿਆ। ਸੋ ਮੇਰੇ ਪਲੀਜ਼ ਟਰਾਈ ਟੂ ਅੰਡਰਸਟੈਂਡ ਮਾਡਲ ਹੈ ਜਿਹੜੇ ਬੇਸਿਕ ਪ੍ਰਿੰਸੀਪਲਸ ਆਫ ਗਵਰਨੈਂਸ ਨੇ, ਮੁੱਢਲੇ ਸਿਧਾਂਤ ਸਰਕਾਰ ਤੇ ਸਟੇਟ ਚਲਾਉਣ ਦੇ ਇਮਾਨਦਾਰੀ ਵਾਲੇ, ਉਹ ਦਿੱਲੀ ਵਾਲੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਲਾਗੂ ਹੋਣੇ ਚਾਹੀਦੇ ਨੇ। ਪਰ ਇਮਾਨਦਾਰੀ ਨਾਲ ਇੱਕ ਮੇਰਾ ਵੀ ਸਵਾਲ ਇੱਕ ਹੋਰ ਹੈ, ਸਵਾਲ ਤਾਂ ਬਹੁਤ ਹੋ ਗਏ, ਕਿ ਵਾਕਈ ਪੰਜਾਬ ਇੰਨਾ ਮਾੜਾ ਐਜੂਕੇਸ਼ਨ ਪੱਖੋਂ ਜਿੰਨਾ ਤੁਸੀਂ ਸਾਰਿਆਂ ਨੇ ਨਿੰਦ ਦਿੱਤਾ ਹੈਗਾ? ਤੁਸੀਂ ਦੱਸੋ। ਮੈਂ ਉਸ ਦਿਨ ਵਿਧਾਨ ਸਭਾ 'ਚ ਪ੍ਰਗਟ ਸਿੰਘ ਜੀ ਨੇ ਸਵਾਲ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਬੱਚੇ ਜਾਂ ਮੇਰੇ ਬੱਚੇ ਜਾਂ ਆਪਣੇ ਕੋਈ ਸਗੇ ਸੰਬੰਧੀ ਭਰਾਵਾਂ ਦੇ ਰਿਸ਼ਤੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਮਿਹਰ ਹੈ ਜਿਨ੍ਹਾਂ 'ਤੇ, ਆਪਣੇ ਬੱਚੇ ਤੁਹਾਡੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ ਜੀ? ਨਹੀਂ ਪੜ੍ਹਦੇ। ਮਤਲਬ ਐਮਐਲਏ ਨੂੰ ਟਿਕਟ ਤਾਂ ਮਿਲਣੀ ਚਾਹੀਦੀ ਜਦੋਂ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਨੇ। ਨਹੀਂ, ਸੁਧਾਰਨਾ ਤਾਂ ਤੁਸੀਂ ਲੋਕਾਂ ਨੇ, ਪੋਲੀਟੀਸ਼ੀਅਨਾਂ ਨੇ ਸੁਧਾਰਨਾ। ਮੇਰੀ ਗੱਲ ਸੁਣੋ ਨਾ, ਤੁਸੀਂ ਥੋੜੀ ਪ੍ਰੋਬਲਮ ਪਤਾ ਮੀਡੀਆ ਵਾਲਿਆਂ ਦੀ ਕੀ ਹੈ? ਤੁਸੀਂ ਇੱਕਦਮ ਐਮਐਲਏਆਂ ਦੀ ਜਾਂ ਮੰਤਰੀਆਂ ਦੀ ਜਾਂ ਉਸ ਦੀਆਂ ਲਾਈਫਸ ਦੇ ਉੱਪਰ ਉਹਦੇ ਉੱਪਰ ਪਹੁੰਚ ਜਾਂਦੇ ਹੋ। ਉਹ ਨਾ ਕਰੋ। ਮੈਂ ਇਹ ਕਹਿਣਾ ਵੀ ਚਾਹੇ ਅਸੀਂ ਜੋ ਸਾਨੂੰ ਜਿੱਥੇ ਲੋਕਾਂ ਨੇ ਪਹੁੰਚਾਇਆ ਜਾਂ ਜਿੱਥੇ ਤੁਹਾਨੂੰ ਮੀਡੀਆ ਵਾਲਿਆਂ ਨੇ ਪਹੁੰਚਾਇਆ, ਤੁਸੀਂ ਤੇ ਅਸੀਂ ਆਪਾਂ ਰਲ ਮਿਲ ਕੇ ਸਿਸਟਮ ਨੂੰ ਸੁਧਾਰੀਏ।
ਇਕੱਲੇ ਕੀ ਗੱਲ ਤੁਹਾਡੀ ਜਗਤਾਰ ਜੀ, ਤੁਹਾਡੀ ਜ਼ਿੰਮੇਵਾਰੀ ਤੁਹਾਡੇ ਬੱਚੇ ਤੱਕ ਹੈ ਜਾਂ ਮੇਰੀ ਜ਼ਿੰਮੇਵਾਰੀ ਮੇਰੇ ਬੱਚੇ ਤੱਕ ਹੈ? ਪੂਰੇ ਪੰਜਾਬ ਤੱਕ ਹੈ ਜੀ। ਪੂਰੇ ਪੰਜਾਬ ਦੇ ਆਪਾਂ ਸਿਸਟਮ ਕਿਉਂ ਨਹੀਂ ਸੁਧਾਰ ਸਕਦੇ ਹੈਗੇ? ਜੇ ਤੁਸੀਂ ਜਾਂ ਮੈਂ ਆਪਾਂ ਸਰਕਾਰੀ ਸਕੂਲ 'ਚ ਆਪਦਾ ਬੱਚਾ ਨਹੀਂ ਪੜ੍ਹਾ ਰਹੇ ਹੈਗੇ, ਜੇ ਸਰਕਾਰੀ ਹਸਪਤਾਲ 'ਚ ਆਪਾਂ ਆਪਦਾ ਇਲਾਜ ਨਹੀਂ ਕਰਾ ਰਹੇ ਹੈਗੇ, ਤੇ ਫਿਰ ਆਪਾਂ ਕਹੀਏ ਵੀ ਸਾਡੀ ਤਾਂ ਜੀ ਬਹੁਤ ਬੱਲੇ ਬੱਲੇ, ਅਸੀਂ ਤਾਂ ਬਹੁਤ ਵਧੀਆ ਜੀ, ਆਪ ਤਾਂ ਆਪਾਂ ਉਸ ਪਾਸੇ ਜਾਂਦੇ ਨਹੀਂ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਜੇ ਮੈਂ ਨਹੀਂ ਕਹਿੰਦਾ ਹੈਗਾ ਕਿ ਸਾਰਾ ਕੁਝ ਖਤਮ ਹੋ ਗਿਆ, ਪਰ ਜਿੰਨਾ ਵਧੀਆ ਹੋ ਸਕਦਾ ਸੀਗਾ ਉਹ ਨਹੀਂ ਕੀਤਾ ਇਹਨਾਂ ਨੇ। ਔਰ ਇਹਦੇ ਵਿੱਚ ਔਰ ਫਿਗਰਸ ਬੋਲਦੀਆਂ ਨੇ ਜੀ, ਮੈਂ ਕੋਈ ਗੱਲ ਥੋੜ੍ਹਾ ਬੋਲ ਰਿਹਾ। ਹੈਲਥ ਔਰ ਐਜੂਕੇਸ਼ਨ ਦੇ ਵਿੱਚ ਦਿੱਲੀ ਉਹ ਸਟੇਟ ਹੈ ਜਿੱਥੇ ਬਜਟ ਦਾ ਸਭ ਤੋਂ ਵੱਧ ਬਜਟਿੰਗ ਹੈ, ਜਿਹੜੀ ਸਪੈਂਡਿੰਗ ਹੈ ਉਹ ਹੈਲਥ ਔਰ ਐਜੂਕੇਸ਼ਨ 'ਤੇ ਹੁੰਦੀ ਹੈ ਸਭ ਤੋਂ ਵੱਧ ਪੂਰੇ ਮੁਲਕ ਦੇ ਵਿੱਚ, ਅਤੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਹੁੰਦੀ ਹੈ। ਆਖਰ ਨੂੰ ਅਲਟੀਮੇਟਲੀ ਸਕੂਲ ਬਣਾਉਣੇ ਨੇ, ਹਸਪਤਾਲ ਬਣਾਉਣੇ ਨੇ, ਡਾਕਟਰਾਂ ਨੂੰ, ਟੀਚਰਾਂ ਨੂੰ ਤਨਖਾਹਾਂ ਦੇਣੀਆਂ ਨੇ, ਉਹ ਤਾਂ ਪੈਸੇ ਨਾਲ ਦਿੱਤੀਆਂ ਜਾਣਗੀਆਂ। ਪੈਸਾ ਤਾਂ ਉਸ ਪਾਸੇ ਰੱਖਦੇ ਨਹੀਂ ਹੈਗੇ, ਕਿਉਂਕਿ ਪੈਸਾ ਜਿੱਥੋਂ ਆਉਣਾ ਹੈ ਉਹ ਘਰ ਆਪਦੇ ਘਰਾਂ ਨੂੰ ਖੋਲ੍ਹ ਰੱਖੇ ਨੇ, ਮਾਈਨਿੰਗ ਵਾਲੇ, ਸ਼ਰਾਬ ਵਾਲੇ ਅਤੇ ਹੋਰ ਸਾਰਾ ਕੁਝ ਉਸ ਪਾਸੇ ਨੂੰ ਤੋਰ ਰੱਖਿਆ। ਸੋ ਇਸ ਕਰਕੇ ਮੇਰੇ ਕਹਿੰਦੇ ਜਿਹੜੇ ਤੁਸੀਂ ਕਹੇ ਕਿ ਇਹਨਾਂ ਦੇ ਬੀਜੇ ਹੋਏ ਕੰਡੇ ਸਾਨੂੰ ਚੁਗਣੇ ਪੈ ਰਹੇ ਨੇ, ਇਹਨਾਂ 5 ਸਾਲਾਂ ਦੇ ਵਿੱਚ ਜਿਹੜਾ ਕੰਗਲਾ ਪੰਜਾਬ ਉਹ ਕਿੰਨਾ ਕੀ ਰੰਗਲਾ ਹੋ ਪਾਏਗਾ? ਇਹ ਜਿੱਥੇ ਤੱਕ ਹੁਣ ਪੰਜਾਬ ਨੂੰ ਲੈ ਗਏ, ਇਹ ਵੀ ਮਾੜੀਆਂ ਨੀਤਾਂ ਅਤੇ ਨੀਤੀਆਂ ਵਾਲੇ ਲੀਡਰ ਹੀ ਲੈ ਗਏ, ਅਤੇ ਕੰਗਲੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਕੰਮ ਵੀ ਚੰਗੀਆਂ, ਰੱਜੀਆਂ ਭਰੀਆਂ ਅਤੇ ਸਾਫ਼ ਨੀਤੀਆਂ ਔਰ ਨੀਤਾਂ ਵਾਲੇ ਲੋਕ ਹੀ ਬਣਾਉਣਗੇ। ਅਤੇ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਅਗਵਾਈ ਹੇਠ 3 ਮਹੀਨੇ ਪਹਿਲਾਂ ਹੋ ਚੁੱਕੀ ਹੈ। ਸਮਾਂ ਆਉਣ ਦਿਓ। ਜਿਹੜੀ ਗੱਲ ਮੈਂ ਤੁਹਾਨੂੰ ਅੱਜ ਬੜੀ ਕਮਿਟਮੈਂਟ ਦੇ ਨਾਲ ਕਹਿ ਸਕਦਾ ਕਿ ਅੱਜ ਤੋਂ ਪੌਣੇ 5 ਸਾਲ ਬਾਅਦ, ਜੋ ਜਿਵੇਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਨਾ ਇਹਨਾਂ ਇਲੈਕਸ਼ਨਾਂ 'ਚ, ਅੱਜ ਤੱਕ ਪੂਰੇ ਮੁਲਕ 'ਚ ਕਿਸੇ ਨੇ ਨਹੀਂ ਕਿਹਾ ਕਿ ਜੇ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ, ਜੇ ਨਹੀਂ ਕੀਤੇ ਤਾਂ ਨਾ ਪਾਇਓ। ਅੱਜ ਤੋਂ 5 ਸਾਲ ਬਾਅਦ ਆਮ ਆਦਮੀ ਪਾਰਟੀ ਆਹੀ ਇੱਕ ਸਲੋਗਨ ਲੈ ਕੇ ਲੋਕਾਂ 'ਚ ਜਾਊਗੀ, ਜੇ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ, ਜੇ ਨਹੀਂ ਕੀਤੇ ਤਾਂ ਬੇਸ਼ੱਕ ਨਾ ਪਾਇਓ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ। ਬਿਲਕੁਲ ਜੀ, ਬਹੁਤ ਵੱਡੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਦੇ ਨਾਲ ਕਮਿਟਮੈਂਟ ਕਰ ਦਿੱਤੀ ਹੈ ਕਿ ਜਦ 27 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਹੋਣਗੀਆਂ ਤਾਂ ਤਦ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਹੋਣਗੇ ਤਾਂ ਵੋਟਾਂ ਪਾ ਦਿਓ, ਨਹੀਂ ਤਾਂ ਫਿਰ ਆਪਣਾ ਫੈਸਲਾ ਸੁਣਾ ਦਿਓ। ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।